ਗੁਰੂ ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਾਧੂ ਜਨਾਂ ਨੇ ਭੇਜ ਦਿੱਤਾ ਹੈ, ਉਸ ਭੇਦ ਨੂੰ ਲੈਣ ਵਾਸਤੇ ਆਪਾਂ ਸਤ ਸੰਗਤ ਕਰਦੇ ਹਾਂ। ਇਹ ਆਪਾਂ ਸਿਮਰਨ ਅਭਿਆਸ ਕਰਦੇ ਹਾਂ ਤਾਂ ਕਿ ਜੋ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਸਾਨੂੰ ਉਸ ਦੀ ਸਮਝ ਲੱਗ ਸਕੇ, ਉਹ ਸਾਡੇ ਹਿਰਦੇ ਵਿੱਚ ਵਸ ਸਕੇ। ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਜੋ ਸ਼ਹੀਦੀ ਦਿਵਸ ਹੈ, ਉਹਨਾਂ ਦੀ ਸ਼ਹਾਦਤ ਨੂੰ ਆਪਾਂ ਸਾਰੇ ਕੋਟ ਕੋਟ ਪ੍ਰਣਾਮ ਕਰਦੇ ਹਾਂ। ਆਪਾਂ ਨੂੰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੀਵਨ ਦੀ ਜਾਚ ਸਿਖਾਈ ਹੈ ਗੁਰਬਾਣੀ ਗੁਰੂ ਵਿੱਚ, ਆਪਾਂ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਉਸ ਨੂੰ ਦ੍ਰਿੜ ਕਰਨਾ ਹੈ। ਆਪਾਂ ਪਹਿਲਾਂ ਸਾਰੇ ਇਤਿਹਾਸ ਤੋਂ ਤਾਂ ਜਾਣੂ ਹਾਂ, ਜੋ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਭੇਜ ਦਿੱਤਾ ਜਾ ਰਿਹਾ ਹੈ। ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ 3 ਸਾਹਿਬਜ਼ਾਦੇ ਸਨ। ਸਭ ਤੋਂ ਵੱਡੇ ਪ੍ਰਿਥਵੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ, ਅਤੇ ਫਿਰ ਉਹਨਾਂ ਤੋਂ ਛੋਟੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹੁਣ ਜੋ ਮਹਾਦੇਵ ਸਨ ਉਹ ਸਾਧੂ ਸੁਭਾਅ ਸਨ। ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਸੰਗਤ ਕਰਦੇ ਸੀ, ਤੇ ਜੋ ਪ੍ਰਿਥਵੀ ਚੰਦ ਸੀ ਉਹ ਸੰਗਤ ਨਹੀਂ ਸੀ ਕਰਦਾ। ਉਹਨਾਂ ਦਾ ਜਿਹੜਾ ਬਹਿਣ ਉੱਠਣ ਸੀ, ਉਹਨਾਂ ਦੀ ਜਿਹੜੀ ਸੰਗਤ ਸੀ, ਉਹ ਸੀ ਮਨਮੁਖਾਂ ਦੇ ਨਾਲ। ਉਹਨਾਂ ਨੇ ਫਿਰ ਘਰ ਦੇ ਵਿੱਚ ਬੜੀ ਜ਼ਿਆਦਾ ਜਿਹੜੀ ਦੁਵਿਧਾ ਸੀ, ਉਹ ਦੁਵਿਧਾ ਪਾਈ ਹੋਈ ਸੀ। ਜਿਹੜਾ ਜੀਵ ਆਪਦੀ ਮੱਤ ਦੁਆਰਾ ਚੱਲਦਾ ਹੈ, ਉਹ ਆਪ ਤਾਂ ਦੁਖੀ ਹੁੰਦਾ ਹੀ ਹੈ, ਉਹ ਅੱਗੇ ਜਿਹੜੇ ਉਹਦੇ ਸੰਗੀ ਸਾਥੀ, ਪਰਿਵਾਰ ਦੇ ਮੈਂਬਰ,
ਉਹਨਾਂ ਨੂੰ ਵੀ ਫਿਰ ਦੁਖੀ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਵੀ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਇਸ ਵਾਸਤੇ ਫਿਰ ਸੰਗਤ ਦੂਰੋਂ ਦੂਰੋਂ ਆਉਂਦੀ ਗੁਰੂ ਰਾਮਦਾਸ ਜੀ ਪਾਸ, ਸੰਗਤ ਕਰਦੇ, ਸਿਮਰਨ ਕਰਦੇ, ਗੁਰੂ ਰਾਮਦਾਸ ਜੀ ਕਥਾ ਕਹਾਣੀ ਸੁਣਾਉਂਦੇ। ਜੀਵ ਦੂਰੋਂ ਦੂਰੋਂ ਚੱਲ ਕੇ ਆਉਂਦੇ, ਉਹਨਾਂ ਦੇ ਮਨਾਂ ਨੂੰ ਸ਼ਾਂਤੀ ਆਉਂਦੀ, ਸੁੱਖ ਮਿਲਦਾ, ਜੀਵਨ ਮੁਕਤ ਹੁੰਦੇ, ਜੀਵ ਪਰਮਾਤਮਾ ਦੇ ਨਾਲ ਮਿਲਾਪ ਕਰਦੇ। ਤੇ ਸੰਗਤਾਂ ਨੇ ਹੀ ਵਿੱਚੋਂ ਗੁਰਮੁਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਜੋ ਪ੍ਰਿਥਵੀ ਚੰਦ ਹੈ ਉਸ ਦਾ ਜਿਹੜਾ ਸੰਗ ਹੈ ਜੀਵਾਂ ਦੇ ਨਾਲ, ਜੋ ਉਹਦੀ ਬਹਿਣੀ ਉੱਠਣੀ ਹੈ, ਜਿਹੜੇ ਮਨਮੁਖ ਜੀਵ ਨੇ, ਵੀ ਜੇ ਤੁਸੀਂ ਉਹਨਾਂ ਨੂੰ ਸੰਗਤ ਦੇ ਵਿੱਚ ਬੁਲਾ ਕੇ ਸਮਝਾਵੋ ਤੇ ਸੰਗਤ ਦੀ ਦ੍ਰਿਸ਼ਟੀ ਹੁੰਦੀ ਹੈ, ਸੰਗਤ ਦੇ ਵਿੱਚ ਪਾਵਰ ਹੁੰਦੀ ਹੈ, ਵੀ ਹੋ ਸਕਦਾ ਹੈ ਉਹਨਾਂ ਨੂੰ ਸਮਝ ਲੱਗ ਜੇ ਤੇ ਉਹ ਵੀ ਇਹ ਧਾਤ ਦਾ ਰਸਤਾ ਛੱਡ ਕੇ ਮਾਲਕ ਨੂੰ ਮਿਲਾਪ ਦੇ ਰਸਤੇ ਤੇ ਚੱਲਣ ਤੇ ਆਪਦੇ ਜੀਵਨ ਦਾ ਲਾਹਾ ਖੱਟਣ। ਸੰਗਤਾਂ ਨੇ, ਗੁਰਮੁਖਾਂ ਨੇ ਜਦੋਂ ਬੇਨਤੀ ਕੀਤੀ, ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਦੀ ਬੇਨਤੀ ਸੁਣਦੇ ਹੋਏ ਵਿੱਚੋਂ ਹੀ ਸਿੱਖਾਂ ਨੂੰ ਭੇਜਿਆ ਵੀ ਜਾਓ ਪ੍ਰਿਥਵੀ ਚੰਦ ਨੂੰ ਬੁਲਾ ਕੇ ਲੈ ਕੇ ਆਓ। ਹੁਣ ਜਦੋਂ ਬੁਲਾਉਣ ਵਾਸਤੇ ਗਏ ਤੇ ਉਹ ਜਿਨ੍ਹਾਂ ਕੋਲ ਬੈਠਾ ਸੀ, ਜਾ ਕੇ ਉਹਨਾਂ ਸਿੱਖਾਂ ਨੇ ਉਹਨਾਂ ਨੂੰ ਸੰਦੇਸ਼ਾ ਦਿੱਤਾ ਵੀ ਤੁਹਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ ਸੰਗਤ ਦੇ ਵਿੱਚ। ਉਹ ਆਖਣ ਲੱਗੇ ਵੀ ਤੁਸੀਂ ਚੱਲੋ, ਮੈਂ ਤੁਹਾਡੇ ਪਿੱਛੇ ਆਉਂਦਾ। ਤੇ ਜਿਨ੍ਹਾਂ ਦੇ ਨਾਲ ਉਹਦੀ ਬਹਿਣੀ ਉੱਠਣੀ ਸੀ, ਜਿਹੜੇ ਗੁਰੂ ਘਰ ਦੇ ਦੁਖੀ ਸੀ, ਉਹਨਾਂ ਨੇ ਉਸ ਨੂੰ ਪੁੱਠੀ ਪੱਟੀ ਪੜ੍ਹਾ ਦਿੱਤੀ ਵੀ ਦੇਖ, ਤੇਰਾ ਪਿਤਾ ਜੀ ਤੈਨੂੰ ਸਮਝਾਉਣਾ ਚਾਹੁੰਦਾ, ਤੈਨੂੰ ਘਰ ਦੇ ਵਿੱਚ ਬਿਠਾ ਕੇ ਇਕੱਲਿਆਂ ਅੰਦਰ ਤੈਨੂੰ ਸਮਝਾ ਦਿੰਦਾ, ਤੈਨੂੰ ਇਸ ਕਰਕੇ ਉੱਥੇ ਸੰਗਤ ਦੇ ਵਿੱਚ ਬੁਲਾਇਆ ਹੈ ਵੀ ਤਾਂ ਕਿ ਤੇਰੀ ਉੱਥੇ ਸਾਰਿਆਂ ਦੇ ਵਿੱਚ ਉਹ ਬੇਇੱਜ਼ਤੀ ਕਰ ਸਕਣ। ਇਸ ਤੋਂ ਪਹਿਲਾਂ ਵੀ ਉਹ ਤੇਰੀ ਬੇਇੱਜ਼ਤੀ ਕਰਨ, ਤੂੰ ਉਹਨਾਂ ਦੀ ਕਰਦੀ। ਉਹ ਉਸੇ ਤਰ੍ਹਾਂ ਹੀ ਸਿੱਖਿਆ ਸਿਖਾਇਆ, ਉਹਨਾਂ ਨੇ ਪੁੱਠੀ ਪੱਟੀ ਪੜ੍ਹਾਈ ਤੇ ਉਹ ਇਸੇ ਤਰ੍ਹਾਂ ਹੀ ਫਿਰ ਜਦੋਂ ਆਇਆ, ਸੰਗਤ ਬੈਠੀ ਹੈ ਤੇ ਉਹਨੇ ਆਉਣ ਸਾਰ ਹੀ ਬੜਾ ਫਿੱਕਾ ਤੇ ਮਾੜੇ ਵਚਨ ਬੋਲਣੇ ਸ਼ੁਰੂ ਕੀਤੇ ਗੁਰੂ ਰਾਮਦਾਸ ਜੀ। ਉਹਨਾਂ ਨੂੰ ਵੀ ਮਾੜਾ ਬੋਲਿਆ। ਗੁਰੂ ਅਰਜਨ ਦੇਵ ਜੀ ਛੋਟੇ ਸੀ ਬਚਪਨ ਦੇ ਵਿੱਚ, ਉਹਨਾਂ ਨੂੰ ਵੀ ਮਾੜਾ ਬੋਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਨ੍ਹਾਂ ਮਾਤਾ ਪਿਤਾ ਨੇ ਜਨਮ ਦਿੱਤਾ ਹੋਵੇ ਵੀ ਉਹਨਾਂ ਦੇ ਨਾਲ ਝਗੜਾ ਨਹੀਂ ਕਰੀਦਾ, ਉਹਨਾਂ ਨੂੰ ਫਿੱਕਾ ਬੋਲ ਨਹੀਂ ਬੋਲੀ ਦੇ, ਪਾਪ ਲੱਗਦਾ ਹੈ। ਤੇ ਉਹਨੂੰ ਇਹ ਗਿਆਨ ਨਹੀਂ ਸੀ, ਸੋਝੀ ਨਹੀਂ ਸੀ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਗੁਰੂ ਵਿੱਚ ਉਵੇਂ ਹੀ ਫਿਰ ਉੱਥੇ ਸਾਨੂੰ ਸਮਝਾਏ। ਮਹਾਰਾਜ ਫਰਮਾਉਂਦੇ ਨੇ, ਕਾਹੇ ਝਗਰਤ ਪੂਤ ਹੋਂ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਵੀ ਜਿਹੜੇ ਮਾਤਾ ਪਿਤਾ ਨੇ ਜਨਮ ਦਿੱਤਾ ਹੋਵੇ ਉਹਨਾਂ ਨੂੰ ਮੰਦੇ ਬੋਲ ਨਹੀਂ ਬੋਲੀ ਦੇ, ਉਹਨਾਂ ਦਾ ਮਨ ਨਹੀਂ ਦਿਖਾਈਦਾ, ਉਹਨਾਂ ਨੂੰ ਫਿੱਕਾ ਨਹੀਂ ਬੋਲੀਦਾ, ਨਹੀਂ ਤੇ ਪਾਪ ਲੱਗਦਾ। ਪਰ ਉਸ ਨੂੰ ਨਾ ਭੇਤ ਹੋਣ ਕਰਕੇ, ਨਾ ਸੰਗਤ ਕਰਨ ਕਰਕੇ ਉਹਨੇ ਬੜਾ ਫਿੱਕਾ ਬੋਲਿਆ ਤੇ ਫਿੱਕਾ ਬੋਲਦਾ ਹੋਇਆ ਉਸੇ ਤਰ੍ਹਾਂ ਹੀ ਫਿਰ ਬਾਹਰ ਚਲਾ ਗਿਆ ਬੋਲਦਾ ਬੋਲਦਾ। ਤੇ ਉਹਨੇ ਫਿਰ ਗੁਰੂ ਅਰਜਨ ਦੇਵ ਜੀ ਵੀ ਹਜੇ ਛੋਟੇ ਸੀ, ਉੱਥੇ ਬੈਠੇ ਸੀ, ਤੇ ਉਹਨਾਂ ਨੂੰ ਵੀ ਫਿੱਕਾ ਬੋਲਿਆ ਕਿ ਮੈਨੂੰ ਪਤਾ ਹੈ ਵੀ ਤੁਸੀਂ ਸਾਰਾ ਕੁਛ ਇਹਨੂੰ ਦੇ ਦੇਣਾ ਹੈ, ਵੀ ਮੈਨੂੰ ਨਹੀਂ ਦੇਣਾ। ਇਸੇ ਤਰ੍ਹਾਂ ਹੀ ਬੋਲਦਾ ਬੋਲਦਾ ਜਦੋਂ ਉਹ ਬੜੇ ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਬਾਹਰ ਗਿਆ ਤੇ ਸੰਗਤਾਂ ਨੇ ਫਿਰ ਸਲਾਹ ਕੀਤੀ, ਬੇਨਤੀ ਕੀਤੀ ਵੀ ਜਿਸ ਤਰ੍ਹਾਂ ਉਹ ਬੋਲ ਕੇ ਗਿਆ ਹੈ ਵੀ ਹੋ ਸਕਦਾ ਹੈ ਗੁਰੂ ਅਰਜਨ ਦੇਵ ਜੀ ਦਾ ਉਹ ਨੁਕਸਾਨ ਕਰੇ, ਜਿਸ ਹਿਸਾਬ ਨਾਲ ਬੋਲ ਕੇ ਗਿਆ ਹੈ ਵੀ ਉਹ ਹਜੇ ਛੋਟੇ ਨੇ, ਬਈ ਜਦ ਤੱਕ ਉਸ ਦਾ ਗੁੱਸਾ ਸ਼ਾਂਤ ਨਹੀਂ ਹੁੰਦਾ, ਵੀ ਜੇ ਤੁਸੀਂ ਆਗਿਆ ਦੇਵੋ। ਸੰਗਤ ਲਾਹੌਰ ਤੋਂ ਆਈ ਸੀ ਵੀ ਅਸੀਂ ਇਹਨਾਂ ਨੂੰ ਨਾਲ ਲੈ ਜਾਂਦੇ ਹਾਂ ਆਪਣੇ, ਜਦੋਂ ਇੱਧਰ ਮਾਹੌਲ ਸ਼ਾਂਤ ਹੋ ਜਾਏਗਾ ਤੇ ਫਿਰ ਅਸੀਂ ਫਿਰ ਵਾਪਸ ਲੈ ਆਵਾਂਗੇ। ਗੁਰੂ ਰਾਮਦਾਸ ਜੀ ਨੇ ਇਜਾਜ਼ਤ ਦੇ ਦਿੱਤੀ ਤੇ ਸੰਗਤਾਂ ਨਾਲ ਉਹਨਾਂ ਨੂੰ ਲਾਹੌਰ ਲੈ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ।
ਹੁਣ ਜਦੋਂ ਉੱਥੇ ਲਾਹੌਰ ਗਏ, ਉੱਥੇ ਜਾ ਕੇ ਉਹਨਾਂ ਨੂੰ ਸਤ ਸੰਗਤ ਨਾ ਮਿਲੀ, ਕਿਉਂਕਿ ਘਰ ਦੇ ਵਿੱਚ ਰੋਜ਼ ਸੰਗਤ ਹੁੰਦੀ, ਅਭਿਆਸ ਹੁੰਦਾ, ਸੰਗਤਾਂ ਆਉਂਦੀਆਂ, ਪਰ ਉੱਥੇ ਉਹਨਾਂ ਨੂੰ ਸਤ ਸੰਗਤ ਨਾ ਮਿਲੇ ਤੇ ਬੜਾ ਉਦਾਸ ਰਹਿਣ ਲੱਗੇ। ਜਦੋਂ ਉਦਾਸ ਰਹਿਣ ਲੱਗੇ, ਘਰਾਂ ਦੇ ਵਿੱਚ ਜਾਣ, ਲੋਕ ਲੈ ਕੇ ਜਾਣ ਤੇ ਬੜਾ ਉਹਨਾਂ ਦਾ ਸਤਿਕਾਰ ਵੀ ਕਰਨ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਤੇ ਨਾਲ ਹੀ ਉਹਨਾਂ ਨੂੰ ਫਿਰ ਆਪਦੇ ਦੁੱਖ ਦੱਸਣੇ ਸ਼ੁਰੂ ਕਰ ਦੇਣ। ਜਿਹੜੇ ਘਰੇ ਜਾਣ ਉਹ ਸੰਸਾਰ ਦੀਆਂ ਗੱਲਾਂ ਲੈ ਕੇ ਬੈਠ ਜਾਣ, ਸਾਡੇ ਸਰੀਰ ਨੂੰ ਆਹ ਦੁੱਖ ਹੈ, ਸਾਨੂੰ ਆਹ ਕਸ਼ਟ ਹੈ, ਸਾਡਾ ਕੰਮਕਾਰ, ਹੋਰ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰਨ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਤਾਂ ਵੀ ਆਪਦੇ ਹੀ ਦੁੱਖ ਦੱਸੀ ਜਾਂਦੇ, ਵੀ ਮੇਰਾ ਦੁੱਖ ਜਿਹੜਾ ਉਹ ਕੋਈ ਸਮਝਦਾ ਨਹੀਂ ਹੈ। ਉਹਨਾਂ ਨੂੰ ਤੜਫ ਵਿਰਾਗ ਸੀ ਸੰਗਤ ਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਇਹ ਪਰਦੇਸ ਦੇ ਵਿੱਚ ਜਿੰਨੇ ਵੀ ਜੀਵ ਆਏ, ਜਿਹਨੂੰ ਵੀ ਦੇਖਦੇ, ਜਿਹਦੇ ਵੀ ਘਰ ਜਾਂਦੇ ਆ, ਇੱਥੇ ਹਰ ਇੱਕ ਜੀਵ ਦੁਖੀ ਦੁੱਖ ਹੈ ਤੇ ਆਪਦੇ ਦੁੱਖ ਫਰੋਲਦੇ ਨੇ। ਕਿਉਂ ਦੁਖੀ ਨੇ? ਸੱਚੇ ਪਾਤਸ਼ਾਹ ਦੱਸਣ ਲੱਗੇ ਵੀ ਕਿਉਂਕਿ ਇੱਥੇ ਪਰਦੇਸ ਦੇ ਵਿੱਚ ਆ ਕੇ ਅਸੀਂ ਆਪਦੇ ਦੇਸ਼ ਨੂੰ ਭੁੱਲ ਗਏ, ਆਪਣੇ ਮਾਤਾ ਪਿਤਾ ਨੂੰ ਭੁੱਲ ਗਏ। ਮਹਾਰਾਜ ਫਰਮਾਉਂਦੇ, ਮਨ ਪਰਦੇਸੀ ਜੇ ਥੀਏ, ਸਭ ਦੇਸ਼ ਪਰਾਇਆ, ਕਿਸ ਪੇ ਖੋਲੂੰ ਗੰਠੜੀ, ਦੁਖੀ ਭਰ ਆਇਆ। ਦੁਖੀ ਭਰ ਆਇਆ ਜਗਤ ਸਭਾਇਆ, ਕੌਣ ਜਾਣੇ ਵਿਦ ਮੇਰੀਆਂ। ਮਹਾਰਾਜ ਦੱਸਣ ਲੱਗੇ ਵੀ ਤਾਂ ਆਪਦੀ ਦੁੱਖ ਦੱਸੀ ਜਾਂਦੇ ਵੀ ਮੇਰੇ ਜਿਹੜੇ ਮਨ ਦੀ ਹਾਲਤ, ਮੇਰੇ ਜਿਹੜੇ ਅੰਦਰ ਦੀ ਪੀੜ, ਉਹ ਕੋਈ ਜਾਣਦਾ ਨਹੀਂ ਹੈ। ਸੋ ਇਸ ਤਰ੍ਹਾਂ ਫਿਰ ਉਹ ਬੜਾ ਉਦਾਸ ਰਹਿਣ ਲੱਗੇ। ਛੋਟੇ ਸੀ ਬਚਪਨ ਦੇ ਵਿੱਚ, ਪਰ ਨਾ ਸੰਗਤ ਮਿਲਣ ਕਰਕੇ ਉਹਨਾਂ ਦਾ ਮਨ ਵਿਰਾਗੀ ਹੋ ਗਿਆ। ਫਿਰ ਇੱਕ ਦਿਨ ਜਦੋਂ ਦੇਖਿਆ ਵੀ ਉਦਾਸ ਰਹਿੰਦੇ ਨੇ, ਕੋਈ ਸੰਤ ਮੰਡਲੀ ਸੀ, ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਇਕੱਠੇ ਹੋ ਕੇ ਸੰਤ ਸਾਧੂ ਚੱਲਦੇ ਤੇ ਉਹਨਾਂ ਨੂੰ ਕਹਿੰਦੇ ਸੰਤ ਮੰਡਲੀ। ਤੇ ਉਹ ਜਿੱਥੇ ਰੁਕਦੇ ਫਿਰ ਉੱਥੇ ਉਹ ਪ੍ਰਚਾਰ ਕਰਦੇ, ਗੁਣ ਗਾਉਂਦੇ, ਤੇ ਜਿਵੇਂ ਆਪਾਂ ਹੁਣ ਦੇਖਦੇ ਹਾਂ ਵੀ ਸੰਗਤ ਹੁੰਦੀ ਹੈ, ਇਸੇ ਤਰ੍ਹਾਂ ਹੀ ਕਿਤੇ ਸੰਤ ਮੰਡਲੀ ਆਈ ਤੇ ਜਿੱਥੇ ਫਿਰ ਉਹ ਸੰਗਤਾਂ ਦੇ ਨਾਲ ਰਹਿ ਰਹੇ ਸੀ ਤੇ ਉਹਨਾਂ ਨੇ ਆਖਿਆ ਵੀ ਉੱਥੇ ਸੰਤ ਮੰਡਲੀ ਆਈ ਹੈ, ਤੁਸੀਂ ਚੱਲੋ ਤੇ ਆਪਾਂ ਸਤ ਸੰਗਤ ਕਰਕੇ ਆਉਂਦੇ ਹਾਂ। ਤੇ ਮਹਾਰਾਜ ਨੂੰ ਬੜਾ ਮਨ ਦੇ ਵਿੱਚ ਚਾਅ ਚੜਿਆ ਵੀ ਚਲੋ ਸੰਤਾਂ ਦੇ ਦਰਸ਼ਨ ਕਰਾਂਗੇ, ਸੰਗਤ ਹੋਏਗੀ, ਮਾਲਕ ਦੇ ਗੁਣ ਗਾਵਾਂਗੇ। ਜਦੋਂ ਮਹਾਰਾਜ ਉੱਥੇ ਗਏ ਤੇ ਉਹਨਾਂ ਸੰਤਾਂ ਨੇ ਜਦੋਂ ਵਿਚਾਰ ਕੀਤੀ, ਉਹ ਜਿਹੜੀ ਵਿਚਾਰ ਕੀਤੀ ਉਹ ਆਪ ਤ੍ਰੈ ਗੁਣਾਂ ਦੇ ਵਿੱਚ ਫਸੇ ਹੋਏ ਸੀ। ਉਹਨਾਂ ਨੂੰ ਆਪ ਚੌਥੇ ਪਦ ਦਾ ਗਿਆਨ ਨਹੀਂ ਸੀ, ਨਾਮ ਦਾ ਗਿਆਨ ਨਹੀਂ ਸੀ, ਸੱਚ ਦਾ ਭੇਤ ਨਹੀਂ ਸੀ। ਉਹਨਾਂ ਨੇ ਜਿਹੜੀ ਗੱਲ ਕੀਤੀ, ਗੱਲ ਵੀ ਦੁਵਿਧਾ ਦੀ ਕੀਤੀ, ਸੰਸਾਰ ਦੀਆਂ ਦੁਨਿਆਵੀ ਕਹਾਣੀਆਂ ਸੁਣਾਈ ਜਾਣ। ਤੇ ਇਸੇ ਤਰ੍ਹਾਂ ਹੀ ਜਦੋਂ ਸਮਾਂ ਸਾਰਾ ਬੀਤ ਗਿਆ ਤੇ ਮਹਾਰਾਜ ਨੇ ਆਖਿਆ ਵੀ ਇਹਨਾਂ ਨੇ ਕੋਈ ਮਾਲਕ ਨੂੰ ਮਿਲਾਪ ਦੀ ਗੱਲ ਤਾਂ ਕੀਤੀ ਨਹੀਂ ਹੈ। ਫਿਰ ਜਦੋਂ ਉਹਨਾਂ ਪਾਸ ਗਏ, ਵਿਚਾਰ ਕੀਤੀ ਤੇ ਉਹ ਹੋਰ ਉਦਾਸ ਹੋ ਗਏ। ਮਹਾਰਾਜ ਹੋਰ ਉਦਾਸ ਇਸ ਕਰਕੇ ਹੋਏ ਵੀ ਜਿਨ੍ਹਾਂ ਨੂੰ ਸੰਸਾਰ ਸੰਤ ਸਮਝਦਾ ਹੈ, ਸੰਤ ਸਮਝ ਕੇ ਇਹਨਾਂ ਦੀ ਸੰਗਤ ਕਰਦਾ ਹੈ, ਇਹ ਆਪ ਸੁੱਤੇ ਪਏ ਨੇ ਸੰਤ, ਇਹਨਾਂ ਨੂੰ ਆਪ ਨੂੰ ਗਿਆਨ ਨਹੀਂ, ਸੋਝੀ ਨਹੀਂ ਹੈ, ਇਹ ਆਪ ਤ੍ਰੈ ਗੁਣਾਂ ਦੇ ਵਿੱਚ ਨੇ ਤੇ ਇਹ ਅੱਗੇ ਜੀਵਨ ਨੂੰ ਕੀ ਦੱਸਣਗੇ। ਇਹ ਤਾਂ ਹੋਰ ਦੁਵਿਧਾ ਦੀ ਗੱਲ ਸੁਣਾ ਕੇ ਹੋਰ ਬਲਦੀ ਦੇ ਵਿੱਚ ਤੇਲ ਪਾ ਦੇਣਗੇ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜੀਵ ਦੁਖੀ ਤਾਂ ਪਹਿਲਾਂ ਹੀ ਨੇ, ਆਪਾਂ ਦੇਖਦੇ ਘਰ ਘਰ ਦੇ ਵਿੱਚ ਕਲੇਸ਼ ਹੈ, ਲੜਾਈ ਝਗੜੇ ਨੇ, ਤੇ ਜੀਵ ਸ਼ਾਂਤੀ ਵਾਸਤੇ ਸੰਗਤ ਦੇ ਵਿੱਚ ਜਾਂਦਾ ਹੈ ਵੀ ਮੈਂ ਸੰਗਤ ਕਰਾਂ, ਸੰਤਾਂ ਕਾ ਪਾਸ ਜਾਵਾਂ ਵੀ ਤਾਂ ਕਿ ਮੇਰੇ ਮਨ ਨੂੰ ਸ਼ਾਂਤੀ ਆਵੇ। ਪਰ ਉਹਨਾਂ ਨੇ ਸਿਰਫ ਲਿਬਾਸ ਸੰਤਾਂ ਵਾਲਾ ਕੀਤਾ ਸੀ ਤੇ ਸੀ ਉਹ ਅਨਾੜੀ ਸੰਤ, ਆਪ ਦੁਵਿਧਾ 'ਚ ਸੀ। ਜਿਸ ਨੂੰ ਮਹਾਰਾਜ ਫਿਰ ਦੱਸਦੇ ਗੁਰਬਾਣੀ 'ਚ ਵੀ ਐਸੇ ਜਿਹੜੇ ਦੁਵਿਧਾ ਵਸ ਜੀਵ, ਉਹ ਹੋਰ ਬਲਦੀ ਦੇ ਵਿੱਚ ਤੇਲ ਪਾ ਦਿੰਦੇ, ਉਹ ਹੋਰ ਦੁਵਿਧਾ ਦੀ ਗੱਲ ਸੁਣਾ ਕੇ ਜੀਵ ਨੂੰ ਦੁਖੀ ਕਰ ਦਿੰਦੇ। ਮਹਾਰਾਜ ਫਰਮਾਉਂਦੇ ਨੇ, ਚੱਲੇ ਨਾਮ ਵਿਸਾਰ, ਤਾਵਣ ਤਤਿਆ, ਬਲਦੀ ਅੰਦਰ ਤੇਲ, ਦੁਵਿਧਾ ਘੱਤਿਆ। ਵੀ ਅੱਗ ਤਾਂ ਪਹਿਲਾਂ ਹੀ ਬਲਦੀ ਹੈ, ਦੁਵਿਧਾ ਦੀ ਗੱਲ ਸੁਣਾ ਕੇ ਹੋਰ ਅੱਗ ਲਾ ਦਿੱਤੀ, ਹੋਰ ਮਨ ਅਸ਼ਾਂਤ, ਹੋਰ ਦੁਖੀ ਹੋ ਗਏ।
ਮਹਾਰਾਜ ਨੇ ਜਦੋਂ ਉਹਨਾਂ ਦੀ ਵਿਚਾਰਧਾਰਾ ਸੁਣੀ ਤੇ ਸੁਣ ਕੇ ਉਹ ਬੜੇ ਉਦਾਸ ਹੋਏ। ਬਈ ਜਿਨ੍ਹਾਂ ਦੀ ਜੀਵ ਸੰਗਤ ਕਰਦੇ ਤੇ ਕਹਿੰਦੇ ਨੇ ਵੀ ਇਹ ਸੰਤ ਨੇ, ਇਹਨਾਂ ਦੀ ਸੇਵਾ ਕਰਦੇ ਨੇ, ਵੀ ਇਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਹੈ, ਆਪ ਹੀ ਇਹਨਾਂ ਨੂੰ ਗਿਆਨ ਨਹੀਂ, ਸੋਝੀ ਨਹੀਂ ਹੈ, ਇਹ ਕਿਵੇਂ ਜੀਵਾਂ ਨੂੰ ਤਾਰਨਗੇ, ਤਾਂ ਆਪ ਹੀ ਡੁੱਬੇ ਪਏ ਨੇ। ਸੋ ਐਸੀ ਅਵਸਥਾ ਜਦੋਂ ਫਿਰ ਹੋਈ, ਉਹ ਫਿਰ ਜਦੋਂ ਵਾਪਸ ਗਏ ਤੇ ਹੋਰ ਜ਼ਿਆਦਾ ਉਦਾਸ ਰਹਿਣ ਲੱਗੇ। ਜਦੋਂ ਫਿਰ ਜੀਵਾਂ ਨੇ ਜਿਹੜੀ ਸੰਗਤ ਲੈ ਕੇ ਗਈ ਸੀ, ਉਹਨਾਂ ਨੇ ਦੇਖਿਆ ਵੀ ਬਹੁਤ ਉਦਾਸ ਹੋ ਗਏ ਨੇ, ਵਿਰਾਗੀ ਹੋ ਗਏ ਨੇ। ਫਿਰ ਕਿਸੇ ਸਿੱਖ ਨੇ ਆਖਿਆ ਵੀ ਇੱਥੇ ਇੱਕ ਸਾਈਂ ਨੇ, ਸਾਈਂ ਮੀਆਂ ਮੀਰ ਜੀ, ਤੁਸੀਂ ਉਹਨਾਂ ਕੋਲ ਚਲੇ ਜਾਇਆ ਕਰੋ, ਤੁਸੀਂ ਉਹਨਾਂ ਦੀ ਸੰਗਤ ਕਰ ਲਿਆ ਕਰੋ। ਸਾਈਂ ਮੀਆਂ ਮੀਰ ਜੀ ਨੂੰ ਸੱਚ ਤੇ ਨਾਮ ਦਾ ਭੇਦ ਸੀ, ਉਹਨਾਂ ਨੂੰ ਸਾਰਾ ਗਿਆਨ, ਸਭ ਸੋਝੀ ਸੀ ਉਹਨਾਂ ਨੂੰ। ਜਦੋਂ ਫਿਰ ਗੁਰੂ ਅਰਜਨ ਦੇਵ ਜੀ ਉਹਨਾਂ ਪਾਸ ਗਏ, ਸਾਈਂ ਮੀਆਂ ਮੀਰ ਜੀ ਪਾਸ, ਫਿਰ ਉਹਨਾਂ ਨੇ ਉਹਨਾਂ ਨੂੰ ਸਾਰਾ ਸਮਝਾਇਆ ਵੀ ਜਿਹੜੇ ਤੁਹਾਡੇ ਪਿਤਾ ਨੇ, ਵੀ ਉਹਨਾਂ ਨੂੰ ਤੁਸੀਂ ਸਿਰਫ ਆਪਦਾ ਸੰਸਾਰੀ ਪਿਤਾ ਹੀ ਨਾ ਸਮਝਿਓ ਇਕੱਲਾ, ਵੀ ਸਾਡੇ ਜਿਵੇਂ ਆਪਾਂ ਸੰਸਾਰ 'ਚ ਕਹਿੰਦੇ ਹਾਂ ਵੀ ਬੱਚਾ ਕਹਿੰਦਾ ਵੀ ਮੇਰਾ ਮਾਂ ਪਿਓ ਹੈ, ਮੇਰਾ ਪਿਤਾ ਹੈ। ਉਹਨਾਂ ਨੇ ਦੱਸਿਆ ਵੀ ਉਹ ਤੁਹਾਡੇ ਇਕੱਲੇ ਪਿਤਾ ਹੀ ਨਹੀਂ, ਵੀ ਉਹ ਸਤਿਗੁਰੂ ਨੇ, ਉਹਨਾਂ ਦੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਹੈ। ਜਦੋਂ ਉਹਨਾਂ ਨੂੰ ਫਿਰ ਇਹ ਸੋਝੀ ਦਿੱਤੀ, ਭੇਦ ਦਿੱਤਾ, ਤੇ ਫਿਰ ਉਹ ਬਹੁਤ ਵਿਰਾਗੀ ਹੋ ਗਏ ਗੁਰੂ ਅਰਜਨ ਦੇਵ ਜੀ। ਵਿਰਾਗੀ ਹੋਏ ਹੋਏ ਫਿਰ ਇੰਨੇ ਵਿਰਾਗੀ ਹੋ ਗਏ, ਤੇ ਫਿਰ ਜਦੋਂ ਸੰਗਤਾਂ ਨੇ ਦੇਖਿਆ, ਫਿਰ ਸੰਗਤਾਂ ਆਈਆਂ ਤੇ ਸੰਗਤਾਂ ਦੇ ਨਾਲ ਜਦੋਂ ਆਏ, ਲੈ ਕੇ ਆਏ, ਪੂਰਾ ਮਨ ਵਿਰਾਗੀ ਹੋਇਆ ਹੋਇਆ, ਤੇ ਆ ਕੇ ਫਿਰ ਜਦੋਂ ਗੁਰੂ ਰਾਮਦਾਸ ਜੀ ਪਾਸ ਆਏ, ਮਿਲੇ, ਤੇ ਮਹਾਰਾਜ ਨੇ ਫਿਰ ਦੇਖਿਆ ਵੀ ਇੰਨੇ ਵਿਰਾਗੀ ਹੋਏ ਨੇ, ਤੇ ਫਿਰ ਉਹਨਾਂ ਨੂੰ ਭੇਜ ਦਿੱਤਾ, ਫਿਰ ਸਮਝਾਇਆ ਕਿ ਦੋ ਰਸਤੇ ਨੇ, ਇੱਕ ਲਿਵ ਦਾ, ਦੂਸਰਾ ਧਾਤ ਦਾ, ਤੇ ਤੁਸੀਂ ਲਿਵ ਦੇ ਰਸਤੇ ਤੇ ਚੱਲਣਾ ਹੈ। ਤੁਹਾਡਾ ਜਿਹੜਾ ਵੱਡਾ ਭਰਾ ਹੈ ਪ੍ਰਿਥਵੀ ਚੰਦ, ਉਹ ਧਾਤ ਦੇ ਰਸਤੇ ਤੇ ਚੱਲ ਰਹੀ ਹੈ, ਤੁਸੀਂ ਉਹ ਰਸਤੇ ਨਹੀਂ ਜਾਣਾ, ਤੁਸੀਂ ਇਹ ਲਿਵ ਦੇ ਮਾਰਗ ਤੇ ਜਾਣਾ, ਜਿਹਨੂੰ ਸੰਤ ਮਾਰਗ ਕਹਿੰਦੇ। ਫਿਰ ਮਹਾਰਾਜ ਨੇ ਉਹਨਾਂ ਨੂੰ ਜਦੋਂ ਭੇਜ ਦਿੱਤਾ, ਤੇ ਫਿਰ ਸ਼ਬਦ ਦੀ ਕਮਾਈ ਕਰਨ ਲੱਗੇ। ਫਿਰ ਕਮਾਈ ਕਰਦੇ ਕਰਦੇ ਫਿਰ ਉਹਨਾਂ ਦਾ ਮਾਲਕ ਦੇ ਨਾਲ ਮਿਲਾਪ ਹੋਇਆ। ਬੇਨਤੀ ਕਰਨ ਲੱਗੇ ਗੁਰੂ ਸਾਹਿਬ ਨੂੰ ਵੀ ਹੁਣ ਰਿਹਾ ਨਹੀਂ ਜਾਂਦਾ, ਵੀ ਮਾਲਕ ਦੇ ਦਰਸ਼ਨਾਂ ਤੋਂ ਬਿਨਾਂ, ਵੀ ਤੁਸੀਂ ਕਿਰਪਾ ਕਰੋ, ਤੁਸੀਂ ਮਿਲਾਓ, ਤੁਸੀਂ ਸਤਿਗੁਰੂ ਹੋ। ਤੇ ਮਨ ਇੰਨਾ ਵਿਰਾਗੀ ਹੋ ਗਿਆ, ਵਿਰਾਗੀ ਹੋਏ ਫਿਰ ਬੇਨਤੀਆਂ ਕਰਦੇ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋ ਫਿਰੂ ਖਜ਼ਾਂਤੀਆ, ਤਿਸ ਦਰਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੌਰੀ ਦਰਸ਼ਨ ਦੀਜੇ, ਨੈਣ ਹਮਾਰੇ ਫਿਰ ਰੰਗ ਰੰਗਾਰੇ, ਇੱਕ ਤਿਲ ਭੀਨਾ ਤਰੀਚੇ। ਗੁਰੂ ਅਰਜਨ ਦੇਵ ਜੀ ਕਹਿ ਰਹੇ ਵੀ ਤੇਰੇ ਸਾਨੂੰ ਇੱਕ ਭੌਰੀ ਦਰਸ਼ਨ ਹੋ ਜਾਣ, ਮੇਰੇ ਨੇਤਰ ਨੇ ਰਹਿ ਨਹੀਂ ਸਕਦੇ ਤੇਰੇ ਦਰਸ਼ਨਾਂ ਤੋਂ ਬਿਨਾਂ, ਇਹਨਾਂ ਨੂੰ ਧੀਰਜ ਨਹੀਂ ਆਉਂਦਾ, ਇਹਨਾਂ ਨੂੰ ਸਬਰ ਸੰਤੋਖ ਨਹੀਂ ਆਉਂਦਾ ਜਦ ਤੱਕ ਤੈਨੂੰ ਦੇਖ ਨਹੀਂ ਲੈਂਦੇ। ਫਿਰ ਗੁਰੂ ਸਾਹਿਬ ਨੇ ਦੱਸਿਆ ਵੀ ਤੁਹਾਡੇ ਅੰਦਰ ਹੀ ਬੈਠੇ ਨੇ ਗੁਰਦੁਆਰੇ ਵਿੱਚ, ਸਹਿਜ ਗੁਫਾ ਦੇ ਵਿੱਚ, ਮੰਦਿਰ ਦੇ ਵਿੱਚ, ਤੁਸੀਂ ਅੰਤਰਮੁਖੀ ਹੋਵੋ, ਘਰ ਦੇ ਵਿੱਚ ਜਾਓ, ਤੇ ਤੁਸੀਂ ਜਾ ਕੇ ਉੱਥੇ ਮਾਲਕ ਨਾਲ ਗੱਲਬਾਤ ਕਰ ਲਓ, ਜੋ ਵੀ ਕਰਨੀ ਚਾਹੁੰਦੇ। ਫਿਰ ਮਹਾਰਾਜ ਬੇਨਤੀ ਕਰਨ ਲੱਗੇ ਵੀ ਜਦੋਂ ਅਸੀਂ ਅੰਤਰਮੁਖੀ ਹੋਵਾਂਗੇ, ਅਸੀਂ ਘਰ ਜਾਵਾਂਗੇ, ਵੀ ਸਾਨੂੰ ਪਹਿਚਾਣ ਕਿੱਦਾਂ ਆਏਗੀ ਵੀ ਇਹ ਸਾਡੇ ਮਾਤਾ ਪਿਤਾ ਨੇ। ਵੀ ਇਸ ਵਾਸਤੇ ਤੁਸੀਂ ਸਾਨੂੰ ਪਹਿਲਾਂ ਇੱਕ ਵਾਰ ਬਾਹਰ ਉਹਨਾਂ ਦੇ ਦਰਸ਼ਨ ਕਰਾ ਦਿਓ, ਸਾਡਾ ਇਹ ਜਿਹੜਾ ਪੜਦਾ ਹੈ, ਸਾਡੇ ਤੇ ਮਾਲਕ ਦੇ ਵਿੱਚ ਇਹ ਪੜਦਾ ਪਾਸੇ ਕਰ ਦਿਓ, ਤਾਂ ਕਿ ਜਦੋਂ ਅਸੀਂ ਅੰਤਰਮੁਖੀ ਹੋਈਏ, ਅਸੀਂ ਜਾਈਏ, ਤੇ ਸਾਨੂੰ ਪਹਿਚਾਣ ਆ ਜਾਵੇ ਵੀ ਇਹੀਓ ਸਾਡਾ ਮੂਲ, ਸਾਡਾ ਮਾਤਾ ਪਿਤਾ ਹੈ। ਫਿਰ ਮਹਾਰਾਜ ਨੇ ਉਹਨਾਂ ਨੂੰ ਭਰਮ ਦਾ ਪੜਦਾ ਪਾਸੇ ਕਰਕੇ ਪਰਮਾਤਮਾ ਦੇ ਬਾਹਰ ਦਰਸ਼ਨ ਕਰਾ ਦਿੱਤੇ, ਜੋ ਫਿਰ ਗੁਰੂ ਦੀ ਡਿਊਟੀ ਗੁਰੂ ਆਪਾਂ ਨੂੰ ਕਰਾਉਂਦਾ ਹੈ, ਜਿਸ ਨੂੰ ਮਹਾਰਾਜ ਫਰਮਾਉਂਦੇ, ਨਿਕਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਉਹਨਾਂ ਨੇ ਜਦੋਂ ਬਾਹਰ ਪੜਦਾ ਪਾਸੇ ਕਰਕੇ ਦਿਖਾਇਆ ਵੀ ਆਹ ਹੈ, ਜਿਸ ਨੂੰ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੋਨਾ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖੋ, ਉਹਨਾਂ ਨੂੰ ਨੇੜੇ ਦਿਖਾ ਦਿੱਤਾ ਵੀ ਆਹ ਹੈ।
ਪਹਿਚਾਣ ਕਰਵਾ ਦਿੱਤੀ। ਫਿਰ ਆਖਣ ਲੱਗੇ ਵੀ ਹੁਣ ਜੇ ਤੁਸੀਂ ਗੱਲਬਾਤ ਕਰਨੀ, ਕਿਉਂਕਿ ਵਿਰਾਗ ਜ਼ਿਆਦਾ ਹੈ, ਬਹੁਤ ਜ਼ਿਆਦਾ ਵਿਰਾਗੀ ਨੇ, ਰਹਿ ਨਹੀਂ ਸਕਦੇ ਵੀ ਜਦ ਤੱਕ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਮਾਲਕ, ਜਦ ਤੱਕ ਬੈਠ ਕੇ ਸਾਡੇ ਨਾਲ ਵਿਚਾਰਾ ਨਹੀਂ ਕਰਦਾ, ਉਹਨਾਂ ਸਮਾਂ ਸਾਡਾ ਜਿਹੜਾ ਇਹ ਅਸੀਂ ਰਹਿ ਨਹੀਂ ਸਕਦੇ। ਮਾਲਕ ਦਾ ਜਿਹੜਾ ਵਿਛੋੜਾ ਉਹ ਝੱਲਿਆ ਨਹੀਂ ਜਾਂਦਾ। ਇੰਨੇ ਵਿਰਾਗੀ ਹੋਏ ਹੋਏ ਜਦੋਂ ਫਿਰ ਮਹਾਰਾਜ ਨੇ ਬਾਹਰ ਦਿਖਾ ਦਿੱਤਾ ਤੇ ਫਿਰ ਕਹਿਣ ਲੱਗੇ ਵੀ ਹੁਣ ਤੁਸੀਂ ਅੰਤਰਮੁਖੀ ਹੋਵੋ, ਜਾਵੋ ਸਹਿਜ ਘਰ ਦੇ ਵਿੱਚ, ਨਿਜ ਘਰ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਸਹਿਜ ਗੁਫਾ ਦੇ ਵਿੱਚ, ਵੀ ਉਹ ਫਿਰ ਦਰ ਹੈ ਜਿਹੜਾ, ਦਰ ਦੇ ਉੱਤੇ ਆਸਣ ਲਾ ਕੇ ਬੈਠੋ ਤੇ ਜਦੋਂ ਮਾਲਕ ਨੂੰ ਪ੍ਰਤੀਤ ਆ ਜਾਏਗੀ ਤੁਹਾਨੂੰ ਅੰਦਰ ਬੁਲਾ ਲਏਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਫਿਰ ਆਪਣਾ ਦਰ ਹੈ ਆਪਾਂ ਨੂੰ ਦੱਸਿਆ ਵੀ ਜਿੱਥੇ ਪੌਣ ਆਪਣੇ ਦੋ ਨਾਸਕਾਂ ਰਾਹੀਂ ਜਾਂਦੀ ਹੈ, ਇੱਥੋਂ ਪੌਣ ਥੱਲੇ ਨੂੰ ਮੁੜ ਜਾਂਦੀ, ਇੱਥੋਂ ਉੱਪਰ ਜਿਹਨੂੰ ਸਹਿਜ ਘਾਟ ਦਾ ਨਾਮ ਦਿੱਤਾ, ਇੱਥੇ ਉਹ ਦਰ ਹੈ ਜਿਸ ਨੂੰ ਮਹਾਰਾਜ ਕਹਿੰਦੇ ਕਬੀਰ ਗੰਗ ਜਮਨ ਕੇ ਅੰਤਰੇ, ਸਹਿ ਸੁਨ ਕੇ ਘਾਟ ਤਹਾਂ ਕਬੀਰੇ ਮਟ ਕੀਆ ਖੋਜਤ ਮੰਜਨ ਬਾਟ। ਫਿਰ ਇੱਥੇ ਮਹਾਰਾਜ ਦੱਸਦੇ ਵੀ ਅਸੀਂ ਆਸਣ ਲਾ ਕੇ ਬੈਠ ਗਏ ਦਰ ਦੇ ਉੱਤੇ। ਉਹ ਦਰ ਦੀ ਨਿਸ਼ਾਨੀ ਕੀ ਹੈ? ਉੱਥੇ ਫਿਰ ਅਨਹਦ ਵਾਜੇ ਵੱਜਦੇ ਜੋ ਆਪਾਂ ਨੂੰ ਫਰਮਾਉਂਦੇ ਰੋਜ਼ ਸਤਿਗੁਰੂ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਵੇ ਸਰਬ ਸੰਭਾਲੇ, ਬਾਜੇ ਨਾਦ ਅਨੇਕ ਸੰਖਾਂ ਕਿਤੇ ਪਾਵਨ ਹਾਰੇ। ਹੁਣ ਉਹ ਦਰ ਦੇ ਉੱਤੇ ਜਦੋਂ ਬੈਠੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਬੈਠੇ, ਜਿਸ ਨੂੰ ਮਹਾਰਾਜ ਕਹਿੰਦੇ ਨੇ ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਵੀ ਉੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਉਹ ਦਰ ਦੇ ਉੱਤੇ ਸਾਨੂੰ ਬੈਠਣਾ ਪੈਂਦਾ ਹੈ। ਜਦੋਂ ਉੱਥੇ ਬੈਠੇ ਰਹੇ ਬਹੁਤ ਸਮਾਂ ਬੀਤ ਗਿਆ, ਬੈਠਿਆਂ ਨੂੰ ਮਾਲਕ ਨੇ ਦਰ ਨਹੀਂ ਖੋਲ੍ਹਿਆ, ਬੁਲਾਇਆ ਨਹੀਂ। ਫਿਰ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਰੋਸ ਆਇਆ ਵੀ ਸਾਡਾ ਮਾਤਾ ਪਿਤਾ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਬਈ ਨਹੀਂ ਬੁਲਾ ਰਹੇ ਹੁਣ ਅੰਦਰ, ਤੇ ਜਦੋਂ ਹੁਣ ਦਰ ਖੋਲ ਕੇ ਅੰਦਰ ਬੁਲਾਉਣਗੇ ਵੀ ਆਪਾਂ ਵੀ ਬੋਲਣਾ ਨਹੀਂ। ਜਿਵੇਂ ਬੱਚਾ ਕਈ ਵਾਰੀ ਮਾਂ ਪਿਓ ਨਾਲ ਰੋਸ ਕਰ ਲੈਂਦਾ ਹੈ ਪ੍ਰੇਮ ਦੇ ਵਿੱਚ, ਵੀ ਪਹਿਲਾਂ ਉਹ ਬੁਲਾ ਰਿਹਾ, ਮਾਂ ਪਿਓ ਨਾ ਬੋਲਣ ਤੇ ਫਿਰ ਉਹ ਰੁੱਸ ਜਾਂਦਾ ਵੀ ਮੈਨੂੰ ਜਦੋਂ ਬੁਲਾਇਆ ਨਹੀਂ ਬੋਲੇ ਤੇ ਹੁਣ ਜਦੋਂ ਬੁਲਾਉਣਗੇ ਮੈਂ ਵੀ ਨਹੀਂ ਬੋਲਣਾ। ਇਸੇ ਤਰ੍ਹਾਂ ਹੀ ਜਦੋਂ ਬਹੁਤ ਸਮਾਂ ਬੈਠੇ ਰਹੇ ਤੇ ਮਨ 'ਚ ਰੋਸ ਆਇਆ, ਮਾਲਕ ਨੇ ਦਰ ਖੋਲ੍ਹਿਆ ਤੇ ਆਵਾਜ਼ ਦਿੱਤੀ ਤੇ ਮਹਾਰਾਜ ਨਹੀਂ ਗਏ ਅੰਦਰ। ਫਿਰ ਮਾਲਕ ਅੰਦਰੋਂ ਆਏ, ਆ ਕੇ ਉਹਨਾਂ ਨੂੰ ਗੋਦ ਦੇ ਵਿੱਚ ਲਿਆ ਤੇ ਅੰਦਰ ਲੈ ਗਏ। ਜਦੋਂ ਅੰਦਰ ਲੈ ਕੇ ਗਏ ਉਹ ਬੁਲਾਉਣ ਮਹਾਰਾਜ, ਤੇ ਉਹਨਾਂ ਨੇ ਨੇਤਰ ਬੰਦ ਕੀਤੇ ਹੋਏ ਤੇ ਬੋਲਣ ਹੀ ਨਾ ਕੁਛ, ਵੀ ਇੰਨਾ ਸਮਾਂ ਇੰਤਜ਼ਾਰ ਕਰਾਇਆ। ਫਿਰ ਮਾਲਕ ਨੇ ਉਹਨਾਂ ਦੇ ਮੁਖ ਦੇ ਵਿੱਚ ਅੰਮ੍ਰਿਤ ਪਾ ਦਿੱਤਾ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ, ਮੋਇਆ ਜਿਵਾਇਆ ਬੋੜ ਮਰਨ ਨਾ ਹੋਈ। ਮਾਲਕ ਫਿਰ ਕਹਿਣ ਲੱਗੇ ਵੀ ਹੁਣ ਤਾਂ ਤੁਹਾਡੇ ਮੁਖ 'ਚ ਅੰਮ੍ਰਿਤ ਪਾ ਦਿੱਤਾ, ਸਦਾ ਵਾਸਤੇ ਤੁਹਾਨੂੰ ਅਮਰ ਕਰ ਦਿੱਤਾ, ਵੀ ਹੁਣ ਤਾਂ ਕੁਝ ਬੋਲੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਹਿੰਦੇ ਵੀ ਜਦੋਂ ਅਸੀਂ ਨੇਤਰ ਖੋਲ੍ਹੇ ਤੇ ਕੀ ਦੇਖਿਆ? ਪ੍ਰਕਾਸ਼ ਹੀ ਪ੍ਰਕਾਸ਼। ਤੇ ਜਦੋਂ ਉਹ ਪ੍ਰਕਾਸ਼ ਦੇਖਿਆ ਤੇ ਫਿਰ ਦੱਸਣ ਲੱਗੇ ਵੀ ਜਿਹੜਾ ਪ੍ਰਕਾਸ਼ ਜੋ ਸਾਨੂੰ ਬਾਹਰ ਗੁਰੂ ਨੇ ਦਰਸ਼ਨ ਕਰਾਏ ਸੀ, ਉਹੀਓ ਸਰੂਪ ਜਦੋਂ ਅਸੀਂ ਅੰਦਰ ਮੁਖੀ ਹੋਏ, ਅੰਦਰ ਘਰ ਗਏ, ਉਹੀਓ ਸਰੂਪ ਅੰਦਰ ਸੀ। ਮਹਾਰਾਜ ਦੱਸਦੇ ਕਹਿੰਦੇ ਖੋਲ ਕਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਜਦੋਂ ਸਾਨੂੰ ਕਵਾੜ ਖੋਲ ਕੇ, ਦਰ ਖੋਲ ਕੇ ਮਾਲਕ ਅੰਦਰ ਲੈ ਕੇ ਗਏ, ਅੰਦਰ ਲਿਜਾ ਕੇ ਜਦੋਂ ਉਹਨਾਂ ਨੇ ਸਾਨੂੰ ਬੁਲਾਇਆ, ਜੋ ਸਾਨੂੰ ਗੁਰੂ ਨੇ ਬਾਹਰ ਦਿਖਾਇਆ ਸੀ ਪ੍ਰਕਾਸ਼, ਉਹੀਓ ਪ੍ਰਕਾਸ਼ ਅੰਦਰ ਸੀ। ਫਿਰ ਜਦੋਂ ਦੇਖਿਆ ਪ੍ਰਕਾਸ਼ ਹੀ ਪ੍ਰਕਾਸ਼, ਨੇਤਰ ਖੋਲੇ ਤੇ ਫਿਰ ਮਾਲਕ ਆਖਣ ਲੱਗੇ ਵੀ ਦੱਸੋ ਤੁਹਾਨੂੰ ਹੋਰ ਕੀ ਚਾਹੀਦਾ, ਕੀ ਤੁਹਾਡੀ ਇੱਛਾ, ਕੀ ਤੁਹਾਡੀ ਖਵਾਇਸ਼ ਹੈ? ਜੋ ਤੁਸੀਂ ਮੰਗੋਗੇ ਉਹੀਓ ਮਿਲੇਗਾ।
ਇਸ ਅਵਸਥਾ ਦੇ ਵਿੱਚ ਜਦੋਂ ਫਿਰ ਆਪਣਾ ਮਨ ਚਲਾ ਜਾਂਦਾ ਘਰ, ਫਿਰ ਉੱਥੇ ਆਪਣੀ ਕੋਈ ਇੱਛਾ ਨਹੀਂ ਰਹਿ ਜਾਂਦੀ। ਇੱਥੇ ਫਿਰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਹੁਣ ਸਾਡੀ ਕੋਈ ਇੱਛਾ ਨਹੀਂ ਹੈ। ਜਦੋਂ ਤੂੰ ਮਿਲ ਗਿਆ ਹੈ, ਦੋ ਜਹਾਨਾਂ ਦਾ ਮਾਲਕ ਸਾਨੂੰ ਮਿਲ ਗਿਆ ਹੈ, ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ, ਕੋਈ ਸਾਡੀ ਖਵਾਇਸ਼ ਨਹੀਂ। ਜਦੋਂ ਤੂੰ ਸਾਡੇ ਵੱਲ ਹੋ, ਮਹਾਰਾਜ ਇੱਥੇ ਫਰਮਾਉਂਦੇ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ, ਇਹ ਵੈਰੀ ਮਿੱਤਰ ਸਭ ਕੀਤੀਆਂ ਨਾ ਮੰਗੇ ਮੰਦਾ। ਮਹਾਰਾਜ ਫਿਰ ਕਹਿਣ ਲੱਗੇ ਵੀ ਜਦੋਂ ਤੁਝੋ ਸਾਡੇ ਵੱਲ ਹੋ ਗਏ, ਹੁਣ ਸਾਡੀ ਹੋਰ ਕੋਈ ਇੱਛਾ ਨਹੀਂ, ਕੋਈ ਸਾਡੀ ਖਵਾਇਸ਼ ਨਹੀਂ ਹੈ। ਸੋ ਇਸ ਅਵਸਥਾ ਦੇ ਵਿੱਚ ਜਾ ਕੇ ਫਿਰ ਗੁਰੂ ਅਰਜਨ ਦੇਵ ਜੀ ਦੱਸਦੇ ਵੀ ਜਿਹੜੇ ਵੀ ਗੁਰਮੁਖ, ਜਿਹੜੇ ਵੀ ਭਗਤ ਇਹ ਸਹਿਜ ਗੁਫਾ 'ਚ ਜਾਂਦੇ, ਮੰਦਰ ਕੋਠੜੀ 'ਚ ਜਾਂਦੇ, ਫਿਰ ਮਾਲਕ ਉਹਨਾਂ ਦੇ ਨਾਲ ਵਿਚਾਰ ਕਰਦਾ, ਉਹਨਾਂ ਦੇ ਨਾਲ ਗੋਸ਼ਟ ਕਰਦਾ। ਫਰਮਾਉਂਦੇ ਨੇ, ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤਹਿ ਵਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ, ਜਨਮ ਨ ਮਾਰਤ। ਵੀ ਉੱਥੇ ਨਾ ਕੋਈ ਹਰਖ, ਨਾ ਸੋਗ, ਨਾ ਜਨਮ, ਨਾ ਮੌਤ। ਉਹ ਘਰ ਜਿਹੜਾ ਸਾਡਾ ਨਿਸ਼ਚਲ ਘਰ ਹੈ, ਉਹ ਫਿਰ ਲੱਭ ਲਿਆ ਗੁਰਮੁਖਾਂ ਨੇ। ਤੇ ਜਿਹੜੇ ਗੁਰਮੁਖ ਉਹ ਘਰ 'ਚ ਜਾਂਦੇ, ਭਗਤ ਜਾਂਦੇ, ਮਾਲਕ ਉਹਨਾਂ ਨਾਲ ਗੋਸ਼ਟੀ ਕਰਦਾ, ਗੋਸ਼ਟ ਕਰਦਾ, ਵਿਚਾਰਾਂ ਕਰਦਾ। ਆਪਾਂ ਨੂੰ ਦੱਸਣ ਲੱਗੇ ਵੀ ਜੇ ਤੁਸੀਂ ਵੀ ਕਰਨੀ ਚਾਹੁੰਦੇ ਕੋਈ ਵਿਚਾਰ, ਤੇ ਤੁਸੀਂ ਵੀ ਉੱਥੇ ਜਾ ਕੇ ਕਰ ਲਓ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਉਹ ਘਰ ਦੇ ਵਿੱਚ ਬੈਠੇ, ਜਿੱਥੇ ਮਾਲਕ ਬੈਠੇ ਵਿਚਾਰਾਂ ਕਰਦੇ, ਉਹ ਘਰ ਦੀ ਨਿਸ਼ਾਨੀ ਕੀ ਕਹਿੰਦੇ, ਉੱਥੇ ਲਗਾਤਾਰ ਅਨਹਦ ਵਾਜੇ ਵੱਜਦੇ ਨੇ। ਸਭ ਤੋਂ ਜਿਹੜਾ ਉੱਪਰਲਾ ਸਥਾਨ ਆਪਣਾ ਘਰ ਹੈ, ਇਹ ਜਿਵੇਂ ਆਪਣਾ ਸਰੀਰ, ਜਿੱਥੇ ਇਹ 9 ਦਰ ਨੇ ਜਿਹੜੇ ਪੌਣ ਦੁਆਰਾ ਚੱਲਦੇ, ਪੌਣ ਤੋਂ ਉੱਪਰ ਜਦੋਂ ਆਪਾਂ ਉੱਠ ਜਾਂਦੇ, ਆਪਣਾ ਘਰ ਹੈ। ਤੇ ਆਪਾਂ ਨੂੰ ਦੱਸਣ ਲੱਗੇ ਵੀ ਸਭ ਤੋਂ ਜਿਹੜਾ ਉੱਪਰਲਾ ਸਥਾਨ ਆਪਣਾ, ਇਹ ਪੌਣ ਤੋਂ 9 ਦਰਾਂ ਤੋਂ ਉੱਪਰ, ਇੱਥੇ ਕਹਿੰਦੇ ਅਸੀਂ ਆਸਣ ਲਾ ਕੇ ਬੈਠੇ, ਤੇ ਨਿਸ਼ਾਨੀ ਕੀ ਸੀ, ਉੱਥੇ ਅਨਹਦ ਵਾਜੇ ਵੱਜਦੇ ਸੀ, ਤੇ ਉੱਥੇ ਹੀ ਮਾਲਕ ਬੈਠਾ ਸੀ, ਜਿਹਦੇ ਨਾਲ ਫਿਰ ਸਾਡੀ ਵਿਚਾਰ ਹੋਈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਫਰਮਾਉਂਦੇ ਨੇ, ਅਨਹਦ ਵਾਜੇ ਸਹਿ ਸਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਕਿ ਉੱਚੀ ਥਾਂ ਤੇ ਆਸਣ ਲਾ ਕੇ ਬੈਠੇ, ਜਿੱਥੇ ਨਿਸ਼ਾਨੀ ਕੀ ਸੀ, ਉੱਥੇ ਅਨਹਦ ਵਾਜੇ ਵੱਜਦੇ ਸੀ, ਤੇ ਉੱਥੇ ਹੀ ਮਾਲਕ ਬੈਠੇ ਸੀ। ਤੇ ਇਸ ਵਾਸਤੇ ਫਿਰ ਆਪਾਂ ਨੂੰ ਦੱਸਣ ਲੱਗੇ ਵੀ ਤੁਸੀਂ ਵੀ ਉੱਥੇ ਜਾਓ, ਤੇ ਜਾ ਕੇ ਮਾਲਕ ਦੇ ਨਾਲ ਮਿਲਾਪ ਕਰ ਲਓ। ਫਿਰ ਉਹਨਾਂ ਨੇ ਆਪਾਂ ਨੂੰ ਇਹ ਸਾਰਾ ਭੇਦ ਦਿੱਤਾ, ਸੱਚ ਦਾ, ਨਾਮ ਦਾ, ਕਿਵੇਂ ਆਪਾਂ ਮਾਲਕ ਤੋਂ ਵਿਛੜੇ, ਕਿਵੇਂ ਆਪਾਂ ਦੁਬਾਰਾ ਵਾਪਸ ਮਿਲਾਪ ਕਰਨਾ। ਫਿਰ ਉਹ ਦੱਸਣ ਲੱਗੇ ਵੀ ਇੱਕ ਅਚਰਜ ਗੱਲ ਹੋਈ, ਹੈਰਾਨ ਕਰ ਦੇਣ ਵਾਲੀ, ਵੀ ਜਦੋਂ ਅਸੀਂ ਮਾਲਕ ਨੂੰ ਦੇਖ ਲਿਆ, ਵੀ ਸਾਡਾ ਜਿਹੜਾ ਭਰਮ ਦਾ ਪਰਦਾ ਪਾਸੇ ਹੋ ਗਿਆ, ਫਿਰ ਦੇਖਿਆ ਵੀ ਹਰ ਇੱਕ ਦੇ ਵਿੱਚ ਉਹ ਆਪ ਹੀ ਮਾਲਕ ਵਸ ਰਿਹਾ, ਉਹਦੀ ਜੋਤ ਹੈ। ਤੇ ਸਾਡੇ ਅੰਦਰ ਜਿਹੜੀ ਪਰਾਈ ਤਾਕਤ ਸੀ, ਜੋ ਦੁਬਦਾ ਸੀ, ਉਹ ਬਿਲਕੁਲ ਹੀ ਖਤਮ ਹੋ ਗਈ। ਆਪਾਂ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾ ਪਰਦਾ ਠਾਕਰ ਜੋ ਭੇਟਿਓ, ਤਾਂ ਵਿਸਰੀ ਤਾਤ ਪਰਾਈ। ਕਿ ਸਾਡੇ ਅੰਦਰ ਜਿਹੜੀ ਪਰਾਈ ਤਾਕਤ ਸੀ, ਉਹ ਸਭ ਖਤਮ ਹੋ ਗਈ। ਜੋ ਦੁਬਦਾ ਸੀ, ਉਹ ਦੁਬਦਾ ਖਤਮ ਹੋ ਗਈ। ਜੋ ਨਿੰਦਿਆ ਜੀਵ ਮਨ ਪਹਿਲਾਂ ਕਰਦਾ ਸੀ, ਉਹ ਖਤਮ ਹੋ ਗਈ। ਤੇ ਮਹਾਰਾਜ ਦੱਸਣ ਲੱਗੇ ਆਪਾਂ ਨੂੰ, ਕਹਿੰਦੇ ਪ੍ਰਥਮੇ ਤਿਆਗੀ ਪਰ ਕੀ ਨਿੰਦਾ, ਉਤਰ ਗਈ ਸਭ ਮਨ ਕੀ ਚਿੰਤਾ। ਜਦੋਂ ਪਹਿਲਾਂ ਪਰਾਈ ਨਿੰਦਿਆ ਕਰਦੇ ਸੀ,
ਤੇ ਮਨ ਆਪਣਾ ਦੁਖੀ ਹੁੰਦਾ, ਸ਼ਾਂਤ ਹੁੰਦਾ ਹੈ। ਜਦੋਂ ਅਸੀਂ ਇਹ ਛੱਡ ਦਿੰਦੇ ਹਾਂ ਤੇ ਫਿਰ ਸਾਡੇ ਮਨ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ, ਕੋਈ ਫਿਕਰ ਨਹੀਂ ਰਹਿੰਦਾ ਹੈ। ਫਿਰ ਆਪਾਂ ਨੂੰ ਦੱਸਣ ਲੱਗੇ ਵੀ ਹਰ ਇੱਕ ਘਟ ਦੇ ਵਿੱਚ ਮਾਲਕ ਹੀ ਵਸਦਾ ਹੈ। ਸੋ ਐਸੀ ਅਵਸਥਾ 'ਚ ਫਿਰ ਸੱਚ ਤੇ ਨਾਮ ਦਾ ਭੇਤ ਦੇਣ ਲੱਗੇ। ਫਿਰ ਜਿਹੜੇ ਗੁਰੂ ਘਰ ਦੇ ਦੁਖੀ ਸੀ ਜੀਵ, ਉਹਨਾਂ ਨੂੰ ਉਹ ਭਾਉਂਦਾ ਨਹੀਂ ਸੀ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਇਹ ਸੱਚ ਤੇ ਨਾਮ ਦੀ ਵਿਚਾਰ। ਕਿਉਂਕਿ ਜਿਹੜੇ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਨਹੀਂ ਚਾਹੁੰਦੇ ਕਿ ਮਨ ਨੇ ਜਿਹੜੇ ਇਹ ਜਾਗਣ। ਜੇ ਮਨ ਜਾਗ ਪੈਣਗੇ ਤੇ ਇਹਨਾਂ ਨੂੰ ਨੌਕਰ ਬਣਨਾ ਪੈਂਦਾ ਹੈ। ਮਨ ਰਾਜਾ ਹੈ। ਹੁਣ ਰਾਜਾ ਸੁੱਤਾ ਹੋਇਆ ਤੇ ਰਾਜ ਇਹਨਾਂ ਦੇ ਹੱਥੇ ਆਇਆ ਹੋਇਆ ਪੰਜਾਂ ਦੇ। ਆਪਣੇ ਰਾਜ ਦੇ ਵਿੱਚ ਫਿਰ ਇਹ ਸਾਰਿਆਂ ਨੂੰ ਦੁਖੀ ਕਰਦੇ ਨੇ। ਸਭ ਤੋਂ ਫਿਰ ਇਹ ਜਿਹੜਾ ਹੈ ਦੁੱਖ ਅੱਗੇ ਪੈਦਾ ਕੀਤੀ ਜਾਂਦੇ, ਜੀਵਨ ਨੂੰ ਦੁੱਖ ਹੀ ਦਿੱਤੀ ਜਾਂਦੇ ਨੇ। ਇਸ ਵਾਸਤੇ ਫਿਰ ਇਹਨਾਂ ਨੇ ਰਹਿ ਬਣਾਈ ਵੀ ਇਹਨਾਂ ਨੂੰ ਕਿਵੇਂ ਇਹ ਜਿਹੜਾ ਪ੍ਰਚਾਰ ਅੱਗੇ ਸੱਚ ਤੇ ਨਾਮ ਦਾ ਜੀਵਨ ਨੂੰ ਭੇਤ ਆ ਰਿਹਾ ਹੈ ਵੀ ਇਹਨਾਂ ਨੂੰ ਰੋਕਿਆ ਜਾਵੇ, ਨਹੀਂ ਤਾਂ ਮਨ ਹੋਰ ਜਾਗ ਪੈਣਗੇ ਬਹੁਤ ਜ਼ਿਆਦਾ। ਫਿਰ ਵਿਚਾਰ ਬਣਾ ਕੇ ਇਹਨਾਂ ਪੰਜਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਸੰਦੇਸ਼ਾ ਭੇਜਿਆ ਵੀ ਜੋ ਤੁਸੀਂ ਇਹ ਕਰ ਰਹੇ ਹੋ, ਸੰਗਤ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਜੋ ਚੜਾਵਾ ਚੜ੍ਹਦਾ ਇਹਦੇ ਵਿੱਚੋਂ ਟੈਕਸ ਅਦਾ ਕਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਇਹ ਤਾਂ ਸੰਗਤ ਦਾ ਹੈ ਤੇ ਸੰਗਤ ਹੀ ਸਕਦੀ ਹੈ, ਵੀ ਇਹਦੇ ਚੋਂ ਟੈਕਸ ਤਾਂ ਕੋਈ ਬਣਦਾ ਹੀ ਨਹੀਂ ਹੈ। ਉਹ ਸਿਰਫ ਇਹਨਾਂ ਪੰਜਾਂ ਨੇ ਫਸਾਉਣ ਵਾਸਤੇ ਫਿਰ ਆਖਿਆ ਵੀ ਜਾਂ ਤਾਂ ਟੈਕਸ ਦੇਵੋ ਤੇ ਜਾਂ ਤੁਸੀਂ ਆਪ ਉੱਥੇ ਆ ਕੇ ਪੇਸ਼ ਹੋਵੋ ਦਰਬਾਰ ਦੇ ਵਿੱਚ। ਜਿਹੜਾ ਰਾਜਾ ਸੀ ਉਹਨਾਂ ਸੰਦੇਸ਼ਾ ਭੇਜਿਆ ਗਿਆ। ਫਿਰ ਜਦੋਂ ਸੰਦੇਸ਼ਾ ਆਇਆ ਤੇ ਗੁਰਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਬਈ ਜੇ ਤੁਸੀਂ ਆਖੋ ਤੇ ਜਾਂ ਤਾਂ ਉਹਨਾਂ ਨੂੰ ਪੱਤਰੀ ਲਿਖੋ ਜਾਂ ਦੋ ਗੁਰਸਿੱਖਾਂ ਨੂੰ ਭੇਜੋ, ਉਹਨਾਂ ਨੂੰ ਸੰਦੇਸ਼ਾ ਭੇਜੋ। ਤੇ ਉਹ ਫਿਰ ਗੁਰਬਾਣੀ 'ਚ ਮਹਾਰਾਜ ਦੱਸਦੇ, ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਵੀ ਕੋਈ ਉਪਾਅ ਕਰੋ ਇਹਦਾ, ਵੀ ਕੋਈ ਹੱਲ ਕੱਢੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਜੋ ਮਾਲਕ ਕਰੇਗਾ ਉਹੀਓ ਠੀਕ ਹੈ। ਇਸ ਵਾਸਤੇ ਫਿਰ ਉਹਨੇ ਦੱਸਿਆ ਬਈ ਜੋ ਵੀ ਕਰਦਾ ਹੈ ਮਾਲਕ ਹੀ ਕਰਦਾ ਹੈ। ਬਈ ਗੁਰੂ ਨੇ ਆਪਾਂ ਨੂੰ ਜੋ ਭੇਜ ਦਿੱਤਾ ਹੈ ਵੀ ਆਪਾਂ ਦੁਖੀ ਜਾਂ ਆਪਾਂ ਸ਼ਾਂਤ ਜਾਂ ਆਪਾਂ ਚਿੰਤਾ ਨਹੀਂ ਕਰਨੀ ਹੈ। ਮਾਰੇ ਦੱਸਣ ਲੱਗੇ ਗੁਰ ਕਹਿਆ ਸਭ ਪ੍ਰਭ ਤੇ ਹੋਈ, ਤਬ ਕਾੜਾ ਛੋੜ ਅਚਿੰਤ ਹਮ ਸੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਮਾਲਕ ਨੇ ਹੀ ਸਾਰਾ ਕੁਝ ਕਰਨਾ ਹੈ ਤੇ ਫਿਰ ਆਪਾਂ ਨੂੰ ਚਿੰਤਾ, ਆਪਾਂ ਨੂੰ ਫਿਕਰ ਕਰਨ ਦੀ ਕੀ ਲੋੜ ਹੈ। ਫਿਰ ਆਪਾਂ ਦੇਖਦੇ ਵੀ ਉਹਨਾਂ ਨੂੰ ਫਿਰ ਬੁਲਾ ਕੇ ਕਿਵੇਂ ਤਸੀਹੇ ਦਿੱਤੇ ਗਏ। ਅੱਜ ਜੋ ਉਹਨਾਂ ਦਾ ਸ਼ਹੀਦੀ ਗੁਰਪੁਰਬ ਹੈ, ਉਹਨਾਂ ਦੇ ਸਿਰ ਦੇ ਵਿੱਚ ਤੱਤੀ ਰੇਤ ਪਾਈ ਗਈ, ਤੱਤੀ ਤਵੀ ਤੇ ਬਿਠਾਇਆ ਗਿਆ। ਸੋ ਉਹ ਅਵਸਥਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਖਾਈ ਆਪਾਂ ਨੂੰ ਵੀ ਕਿਵੇਂ ਜਿਹੜੇ ਗੁਰਮੁਖ ਉਹ ਜਿਉਂਦੇ ਜੀ ਮਨ ਨੂੰ ਮਾਰ ਕੇ ਉਹ ਅਵਸਥਾ ਤੇ ਚਲੇ ਜਾਂਦੇ ਵੀ ਜਿੱਥੇ ਜੀਵ ਮਰਨ ਤੋਂ ਬਾਅਦ ਜਾਂਦਾ ਹੈ। ਜਿਵੇਂ ਆਪਾਂ ਨੂੰ ਉਹਨਾਂ ਨੇ ਸਮਝਾਇਆ ਵੀ ਐਸਾ ਜੋਗ ਕਮਾਵੋ, ਐਸਾ ਮਾਲਕ ਦੇ ਨਾਲ ਜੁੜੋ ਵੀ ਜਿਉਂਦੇ ਜੀ ਮਨ ਨੂੰ ਮਾਰ ਦਿਓ। ਮਹਾਰਾਜ ਕਹਿੰਦੇ ਐਸਾ ਜੋਗ ਕਮਾਈਏ ਜੋਗੀ, ਜੀਵਤ ਅਮਰ ਰਹੀਏ। ਹੁਣ ਆਪਾਂ ਨੂੰ ਕਹਿੰਦੇ ਵੀ ਜੀਵਨ ਮੁਕਤ ਉਹਨੂੰ ਹੀ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀਆ। ਜਿਨ੍ਹਾਂ ਨੇ ਸ਼ਬਦ ਦੁਆਰਾ ਸਿੱਖ ਲਿਆ ਮਰਨਾ, ਉਹ ਮਹਾਰਾਜ ਕਹਿੰਦੇ ਜੀਵਨ ਮੁਕਤ ਨੇ। ਸੋ ਜਿਵੇਂ ਫਿਰ ਆਪਾਂ ਦੇਖਦੇ ਹਾਂ ਵੀ ਜਦੋਂ ਜੀਵ
ਦੇਹ ਛੱਡ ਜਾਂਦਾ ਹੈ। ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕੋਈ ਜੀਵ ਜਦੋਂ ਦੇਹ ਛੱਡ ਜਾਂਦਾ, ਚਾਹੇ ਉਹਨੂੰ ਆਪਾਂ ਸੰਸਕਾਰ ਕਰ ਦਈਏ, ਅੱਗ ਲਾ ਦਈਏ, ਉਹ ਮਹਿਸੂਸ ਨਹੀਂ ਕਰਦਾ। ਚਾਹੇ ਉਸ ਨੂੰ ਆਪਾਂ ਮਿੱਟੀ 'ਚ ਦੱਬ ਦਈਏ, ਉਹ ਤਾਂ ਨਹੀਂ ਬੋਲਦਾ। ਚਾਹੇ ਉਹਨੂੰ ਆਪਾਂ ਪਾਣੀ 'ਚ ਰੋੜ ਦਈਏ, ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਚਾਹੇ ਉਸ ਨੂੰ ਆਪਾਂ ਜਾਨਵਰਾਂ ਨੂੰ ਖਿਲਾ ਦਈਏ, ਉਹਨੂੰ ਤਾਂ ਵੀ ਕੋਈ ਫਰਕ ਨਹੀਂ ਜਦੋਂ ਮਾਰੀ ਗਿਆ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਸ਼ਬਦ ਦੁਆਰਾ ਮਨ ਨੂੰ ਮਾਰ ਦੇਵਾਂਗੇ, ਫਿਰ ਸਾਡਾ ਜਿਹੜਾ ਮਨ ਹੈ ਉਹ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ। ਮਾਰੇ ਫਰਮਾਉਂਦੇ ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਏ। ਵੀ ਜਦੋਂ ਅਸੀਂ ਸ਼ਬਦ ਦੁਆਰਾ ਮਨ ਨੂੰ ਮਾਰ ਦਿੱਤਾ, ਸਦਾ ਵਾਸਤੇ ਸੁਖੀ ਹੋ ਗਏ, ਤੇ ਮਨ ਸੀ ਜਿਹੜਾ ਉਹ ਸੱਚ ਸਮਾ ਜਾਂਦਾ ਹੈ। ਤੇ ਇਹ ਜਿਹੜਾ ਸਰੀਰ ਹੈ, ਫਿਰ ਆਪਾਂ ਨੂੰ ਦੱਸਿਆ ਵੀ ਆਪਾਂ ਨੂੰ ਫਿਰ ਭੇਤ ਆ ਜਾਂਦਾ ਵੀ ਇਹ ਸਰੀਰ ਵੱਖਰਾ ਹੈ, ਆਪਣਾ ਮਨ ਹੈ ਜਿਹੜਾ ਮਨ ਵੱਖਰਾ ਹੈ। ਫਿਰ ਉਹ ਸਰੀਰ ਦੇ ਵਿੱਚੋਂ ਇਸ ਮਨ ਨੂੰ ਅਲੱਗ ਕਰ ਲੈਂਦੇ। ਜਦੋਂ ਮਨ ਅੱਡ ਹੋ ਜਾਂਦਾ ਹੈ, ਇਹ ਸਰੀਰ ਵੱਖਰਾ ਹੋ ਜਾਂਦਾ ਹੈ, ਮਨ ਵੱਖਰਾ ਹੋ ਜਾਂਦਾ। ਜਿਵੇਂ ਅੰਤ ਸਮੇਂ ਕੋਈ ਜੀਵ ਦੇਹ ਛੱਡਦਾ ਹੈ, ਦੇਹ ਛੱਡਣ ਤੋਂ ਮਗਰੋਂ ਜਦੋਂ ਜੀਵ ਦੇਹ ਛਡਾਈ ਜਾਂਦੀ, ਜਿਹੜੀ ਗੰਢ ਦਿੱਤੀ ਆਪਣੇ ਸੂਖਮ ਦੀ, ਤੇ ਇਹ ਸਰੀਰ ਹੈ ਜਿਹੜਾ ਅਸਤੂਲ ਦੀ, ਜਿੱਥੇ ਆਪਣੀ ਨਾਭੀ ਤੋਂ ਥੱਲੇ ਧਰਨ ਹੈ, ਜਿਸ ਨੂੰ ਕਹਿੰਦੇ ਨੇ ਮੂਲ ਦੁਆਰੇ ਬੰਨ੍ਹਿਆ ਬੰਧ, ਵੀ ਉੱਥੇ ਸ਼ਬਦ ਦਾ ਤੇ ਪਾਉਣ ਦੀ ਗੰਢ ਦਿੱਤੀ ਹੋਈ ਹੈ, ਜਿਸ ਦੁਆਰਾ ਮਨ ਦਾ ਸੰਜੋਗ ਕੀਤਾ ਇੱਧਰ ਪਾਉਣ ਤੇ ਸ਼ਬਦ ਦੇ ਨਾਲ। ਹੁਣ ਜਦੋਂ ਫਿਰ ਉਹ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ, ਉਹ ਗੰਢ ਖੋਲ ਦਿੰਦੇ ਨੇ, ਤੇ ਉਸ ਸਮੇਂ ਸਾਡਾ ਮਨ ਅੱਡ ਹੋ ਜਾਂਦਾ, ਇਹ ਸਰੀਰ ਅੱਡ ਹੋ ਜਾਂਦਾ ਹੈ। ਫਿਰ ਉਦੋਂ ਆਪਾਂ ਕਹਿੰਦੇ ਵੀ ਮਰ ਗਿਆ। ਜਿਹੜਾ ਇਹਦੇ ਅੰਦਰ ਬੋਲਦਾ ਸੀ, ਜਿਹੜਾ ਦੇਖਦਾ, ਜਿਹੜਾ ਸੁਣਦਾ ਸੀ, ਉਹ ਹੁਣ ਇਹਦੇ ਵਿੱਚ ਨਹੀਂ ਹੈ, ਉਹ ਸਰੀਰ ਮਿੱਟੀ ਰਹਿ ਗਈ। ਇਸੇ ਤਰ੍ਹਾਂ ਹੀ ਗੁਰਮੁਖ ਜਿਉਂਦੇ ਜੀ ਇਹ ਸਰੀਰ ਤੋਂ ਅੱਡ ਹੋਣਾ ਸਿੱਖ ਲੈਂਦੇ ਨੇ। ਜਦੋਂ ਸਿੱਖ ਲਿਆ ਤੇ ਇਹ ਸਰੀਰ ਸੀ ਜਿਹੜਾ ਇਹ ਅੱਡ ਹੋ ਗਿਆ, ਤੇ ਜਿਹੜਾ ਮਨ ਸੀ ਉਹ ਅੱਡ ਹੋ ਗਿਆ। ਫਿਰ ਇਸ ਤਰ੍ਹਾਂ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਮਹਾਰਾਜ ਨੂੰ, ਤੇ ਫਿਰ ਉਹਨਾਂ ਨੇ ਆਪਾਂ ਨੂੰ ਇਹ ਅਵਸਥਾ ਬਿਆਨ ਕੀਤੀ, ਦਿਖਾਈ। ਤੇ ਮਨ ਇੰਨਾ ਠੰਡਾ, ਇੰਨਾ ਸਹੀ ਦੇ ਵਿੱਚ ਆ ਜਾਂਦਾ ਜਦੋਂ ਆਪਾਂ ਨਾਮ ਦੇ ਨਾਲ ਜੁੜ ਜਾਂਦੇ ਹਾਂ। ਫਿਰ ਇਹ ਅਗਨ ਜਿਹੜੀ ਸਾਡੇ ਮਨ ਨੂੰ ਸਾੜ ਨਹੀਂ ਸਕਦੀ, ਜਿਸ ਨੂੰ ਮਹਾਰਾਜ ਕਹਿੰਦੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ। ਵੀ ਜਿਹੜਾ ਨਾਮ ਉਹ ਸੀਤਲ ਹੈ, ਨਾਮ ਠੰਡਾ ਹੈ। ਇੱਧਰ ਜਿਹੜੀ ਗਰਮੈਸ਼ ਤ੍ਰੈ ਗੁਣਾ ਚ ਮਾਇਆ ਚ ਗਰਮੈਸ਼ ਹੈ, ਮਹਾਰਾਜ ਕਹਿੰਦੇ ਕਲ ਤਾਤੀ ਠੰਡਾ ਹਰ ਨਾਉ। ਨਾਮ ਇੰਨਾ ਠੰਡਾ ਹੈ, ਇੰਨਾ ਸੀਤਲ, ਆਪਣੇ ਮਨ ਨੂੰ ਇੰਨਾ ਠੰਡਾ ਕਰ ਦਿੰਦਾ ਹੈ ਵੀ ਫਿਰ ਉਹਦੇ ਤੇ ਇਹ ਅਗਨ ਹੈ ਜਿਹੜੀ, ਇਹਦਾ ਅਸਰ ਨਹੀਂ ਹੁੰਦਾ ਹੈ। ਸੋ ਐਸੀ ਅਵਸਥਾ ਦੇ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ। ਇੰਨਾ ਸਹੀ ਦੇ ਵਿੱਚ ਰਹੇ, ਫਿਰ ਤਤੀ ਤਵੀ ਤੇ ਬੈਠ ਕੇ ਵੀ ਉਹਨਾਂ ਨੇ ਆਖਿਆ ਵੀ ਜੋ ਮਾਲਕਾ ਤੂੰ ਕਰਦਾ ਹੈ, ਸਾਨੂੰ ਤੇਰਾ ਕੀਤਾ ਹੋਇਆ ਉਹੀਓ ਮਿੱਠਾ ਲੱਗਦਾ ਹੈ। ਮਹਾਰਾਜ ਕਹਿੰਦੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਗੁਰਮੁਖ ਦੀ ਨਿਸ਼ਾਨੀ, ਇਹ ਜਿਹੜਾ ਮਿਲਿਆ ਉਹਦੀ ਨਿਸ਼ਾਨੀ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਿਰ ਸਮਝਾਉਂਦੇ ਬਈ ਜਦੋਂ ਆਪਾਂ ਮਾਲਕ ਨੂੰ ਮਿਲ ਪਏ, ਫਿਰ ਆਪਣਾ ਵਿਛੋੜਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਾਨਕ ਗੁਰਮੁਖ ਮਿਲ ਰਹੀਏ, ਫਿਰ ਵਿਛੋੜਾ ਕਦੇ ਨਾ ਹੋਏ। ਫਿਰ ਗੁਰਮੁਖ ਦਾ ਜਿਹੜਾ ਜੀਵਨ ਹੈ ਉਹ ਭਾਣਾ ਮੰਨਦਾ। ਭਾਣਾ ਕੀ ਹੈ? ਉਹ ਹੁਕਮ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਭਾਣਾ ਮੰਨੇ। ਜੋ ਗੁਰਮੁਖ ਹੈ ਉਹ ਮਾਲਕ ਦਾ ਭਾਣਾ ਮੰਨਦਾ ਹੈ, ਉਹਨੂੰ ਪਤਾ ਵੀ ਹੈ ਵੀ ਏਦਾਂ ਕੁਛ ਹੋਣਾ ਹੈ, ਉਹ ਫਿਰ ਵੀ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਗੁਰਮੁਖ ਦੀ ਨਿਸ਼ਾਨੀ ਹੈ।
ਆਮ ਜੀ ਵੀ ਕੀ ਕਰਦਾ ਸੰਸਾਰ 'ਚ, ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਪਤਾ ਲੱਗ ਜੇ ਵੀ ਸਾਡੇ ਤੇ ਆ ਕੋਈ ਮੁਸੀਬਤ ਆਉਣ ਵਾਲੀ ਹੈ, ਹੋਰ ਤਾਂ ਹੋਰ ਵੀ ਸਾਡੇ ਸਰੀਰ ਨੂੰ ਕੋਈ ਤੰਗੀ ਆਉਣ ਵਾਲੀ ਹੈ, ਤੇ ਆਪਾਂ ਭੱਜਦੇ ਹਾਂ ਵੀ ਇਹ ਸਮਾਂ ਕਿਵੇਂ ਨਾ ਕਿਵੇਂ ਟਲ ਜਾਵੇ। ਉਹਦੇ ਵਾਸਤੇ ਜੀਵਾ ਪਾ ਕਰਾਉਂਦਾ ਵੀ ਮੈਂ ਆਹ ਪਾ ਕਰਾ ਲਾਂ, ਮੈਂ ਆਹ ਕਰਾ ਲਾਂ। ਪਰ ਜੋ ਗੁਰਮੁਖ ਨੇ ਉਹਨਾਂ ਨੂੰ ਬੇਸ਼ੱਕ ਪਤਾ ਵੀ ਹੁੰਦਾ ਹੈ, ਜਿਵੇਂ ਹੁਣ ਗੁਰੂ ਅਰਜਨ ਦੇਵ ਜੀ ਜਦੋਂ ਗਏ ਅੰਮ੍ਰਿਤਸਰ ਤੋਂ, ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਅੱਗੇ ਆਉਣ ਵਾਲਾ ਸਮਾਂ ਇੱਦਾਂ ਇੱਦਾਂ ਹੋਏਗਾ? ਉਹਨਾਂ ਨੂੰ ਸਭ ਕੁਝ ਪਤਾ ਸੀ, ਪਰ ਫਿਰ ਵੀ ਗੁਰਮੁਖ ਨੇ ਜੋ ਉਹ ਭਾਣਾ ਮੰਨਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਕਹਿੰਦੇ ਵੀ ਗੁਰਮੁਖ ਹੋਵੇ ਸੋ ਭਾਣਾ ਮੰਨੇ, ਵੀ ਉਹ ਮਾਲਕ ਦੀ ਰਜ਼ਾ ਦੇ ਵਿੱਚ ਚੱਲਦੇ, ਉਹਦੇ ਹੁਕਮ ਦੇ ਵਿੱਚ ਚੱਲਦੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਮਾਲਕ ਦੀ ਰਜ਼ਾ, ਉਹਦਾ ਹੁਕਮ, ਨਾਮ ਦੇ ਵਿੱਚ ਸਮਾਏ ਹੋਣ ਕਰਕੇ ਨਾਮ ਦੇ ਆਸਰੇ ਚੱਲਦੇ ਨੇ। ਇਸ ਵਾਸਤੇ ਫਿਰ ਸੰਸਾਰ ਦੀ ਕੋਈ ਵੀ ਐਸੀ ਤਾਕਤ ਨਹੀਂ ਹੈ ਵੀ ਜਿਹੜੀ ਗੁਰਮੁਖਾਂ ਨੂੰ ਘਰ ਦੇ ਵਿੱਚ ਆਉਣ ਜਾਣ ਤੋਂ ਰੋਕ ਸਕੇ, ਜਿਹੜੀ ਗੁਰਮੁਖਾਂ ਤੇ ਮਾਲਕ ਦੇ ਵਿੱਚ ਕੋਈ ਰੁਕਾਵਟ ਬਣ ਸਕੇ। ਇਹਨਾਂ ਪੰਜਾਂ ਨੇ ਪੂਰਾ ਜ਼ੋਰ ਲਾਇਆ, ਬਾਹ ਲਾਈ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਧਿਆਨ ਹੈ ਜਿਹੜਾ ਇੱਧਰ ਆਵੇ ਮਾਇਆ ਵੱਲ। ਇਸ ਕਰਕੇ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸਿਆ ਅੰਤਕਾਲ, ਵੀ ਸਾਡਾ ਜਿਹੜਾ ਫੈਸਲਾ ਅੰਤਕਾਲ ਅਖੀਰੀ ਸਮੇਂ ਤੇ ਹੁੰਦਾ ਹੈ, ਵੀ ਅੰਤ ਸਮੇਂ ਸਾਡਾ ਧਿਆਨ ਹੈ ਜਿਹੜਾ ਉਹ ਕਿੱਧਰ ਨੂੰ ਜਾਂਦਾ ਹੈ। ਤੇ ਇਸ ਕਰਕੇ ਫਿਰ ਇਹ ਪੰਜ ਨੇ ਜਿਹੜੇ ਇਹ ਪੂਰੀ ਵਾਹ ਲਾਉਂਦੇ, ਪੂਰੀ ਕੋਸ਼ਿਸ਼ ਕਰਦੇ ਵੀ ਅਖੀਰਲੇ ਸਮੇਂ ਤੱਕ ਵੀ ਇਹ ਆਪਦਾ ਖੇਲ ਖੇਲੀ ਜਾਂਦੇ, ਬਈ ਹੋ ਸਕਦਾ ਹੁਣ ਵੀ ਵਾਪਸ ਮੁੜੇ ਆਉਣ, ਹੁਣ ਵੀ ਮੁੜੇ ਆਉਣ, ਹੁਣ ਵੀ ਇਹਨਾਂ ਦਾ ਧਿਆਨ ਸਾਡੇ ਵੱਲ ਆ ਜੇ। ਪਰ ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ ਉਹ ਫਿਰ ਇਹਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੇ। ਇਸ ਲਈ ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਜਦੋਂ ਆਪਣੀ ਪ੍ਰੀਤ ਮਾਲਕ ਨਾਲ ਪੈ ਗਈ ਫਿਰ ਉਹ ਤੋੜੀ ਹੋਈ ਕਿਸੇ ਦੀ ਟੁੱਟਦੀ ਨਹੀਂ ਹੈ। ਇਹ ਕਿੰਨਾ ਵੀ ਜ਼ੋਰ ਲਾਉਣ ਪੰਜ, ਇਹ ਤੋੜ ਨਹੀਂ ਸਕਦੇ। ਮਹਾਰਾਜ ਕਹਿੰਦੇ ਮੂਲ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੰਚਤ ਨਹੀਂ। ਨਾ ਉਹ ਸਾਡੇ ਛੱਡਿਆਂ ਤੋਂ ਛੱਡੀ ਜਾਵੇ, ਜਿਵੇਂ ਅਮਲੀ ਨੂੰ ਅਮਲ ਲੱਗ ਜਾਂਦਾ ਹੈ। ਅਮਲੀ ਜੀਵ ਜਿਹੜਾ ਪੱਕਾ ਹੈ ਉਹ ਕਿੰਨਾ ਵੀ ਕੋਸ਼ਿਸ਼ ਕਰੇ ਵੀ ਮੈਂ ਨਸ਼ਾ ਛੱਡ ਦਿਆਂ, ਉਹ ਛੱਡਦਾ ਨਹੀਂ, ਕਿਉਂਕਿ ਨਸ਼ਾ ਉਹਦੀਆਂ ਜਿਹੜਾ ਹੱਡਾਂ ਦੇ ਵਿੱਚ ਰਚ ਜਾਂਦਾ, ਸਰੀਰ ਦੇ ਵਿੱਚ ਰਚ ਜਾਂਦਾ। ਉਹ ਕਹਿੰਦਾ ਜੇ ਮੈਂ ਛੱਡੂ ਤੇ ਮੇਰੀ ਮੌਤ ਪੱਕੀ ਹੈ। ਅਮਲੀ ਜਿਹੜਾ ਜੀਵ ਪੱਕਾ ਹੋ ਜਾਂਦਾ ਨਾ, ਉਹ ਕਹਿੰਦਾ ਹੈ ਵੀ ਇਹ ਅਮਲ ਤਾਂ ਹੁਣ ਮੇਰੇ ਨਾਲ ਹੀ ਜਾਏਗਾ, ਜਦੋਂ ਮੈਂ ਮਰੂੰ ਉਦੋਂ ਹੀ ਖਹਿੜਾ ਛੁੱਟੂ, ਨਹੀਂ ਤਾਂ ਇਹ ਨਹੀਂ ਹੁਣ ਛੱਡਦਾ ਮੈਂ ਅਮਲ। ਇਸੇ ਤਰ੍ਹਾਂ ਹੀ ਫਿਰ ਗੁਰਮੁਖ ਨੇ ਜਿਹੜੇ ਉਹਨਾਂ ਨੂੰ ਸੱਚੇ ਅਮਲੀ ਆਖਿਆ ਗੁਰਬਾਣੀ 'ਚ। ਮਹਾਰਾਜ ਫਰਮਾਉਂਦੇ ਨੇ ਨਾਮ ਰਸੈਣ ਰਤੇ, ਨਾਨਕ ਸੱਚ ਅਮਲੀ। ਉਹ ਸੱਚੇ ਅਮਲੀ, ਉਹ ਗੁਰਮੁਖ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਲੱਗ ਗਿਆ, ਜਿਨ੍ਹਾਂ ਨੂੰ ਮਾਲਕ ਦਾ ਲੱਗ ਗਿਆ, ਉਹ ਜਿੰਨਾ ਮਰਜ਼ੀ ਇਹ ਜ਼ੋਰ ਲਾਉਣ ਤੇ ਉਹ ਛੱਡਦੇ ਨਹੀਂ ਹੈ ਫਿਰ ਗੁਰਮੁਖ। ਇਹੀਓ ਖੇਲ ਸੀ ਇਹਨਾਂ ਦਾ ਪੰਜਾਂ ਦਾ, ਜੋ ਸੰਸਾਰ ਦੇ ਵਿੱਚ ਚੱਲ ਰਿਹਾ, ਜੋ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਵੀ ਇਹਨਾਂ ਨੇ ਕੋਸ਼ਿਸ਼ ਕਰਨੀ ਸਾਨੂੰ ਮਾਲਕ ਤੋਂ ਤੋੜਨ ਦੀ, ਇਹਨਾਂ ਨੇ ਕੋਸ਼ਿਸ਼ ਕਰਨੀ ਸਾਨੂੰ ਜੀਵਨ ਦੀ ਬਾਜੀ ਨੂੰ ਹਰਾਉਣ ਦੀ, ਤੇ ਆਪਾਂ ਇਸ ਜੀਵਨ ਦੀ ਬਾਜੀ ਨੂੰ ਜਿੱਤਣਾ। ਤੇ ਰਸਤੇ ਵਿੱਚ ਜੋ ਜੋ ਰੁਕਾਵਟਾਂ ਆਉਂਦੀਆਂ ਉਹ ਫਿਰ ਆਪਾਂ ਨੂੰ ਉਹਨਾਂ ਨੇ ਇਤਿਹਾਸ ਰਚ ਦਿੱਤਾ, ਆਪਾਂ ਨੂੰ ਦਿਖਾਉਣ ਵਾਸਤੇ, ਆਪਦੇ ਸਰੀਰ ਦੇ ਉੱਤੇ, ਤਨ ਦੇ ਉੱਤੇ ਲੈ ਕੇ, ਵੀ ਇੰਨਾ ਕਸ਼ਟ ਵੀ ਆਵੇ ਫਿਰ ਵੀ ਮਨ ਦੀ ਐਸੀ ਅਵਸਥਾ ਹੈ, ਜੇ ਉਹ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਮਨ ਦੁਖੀ ਨਹੀਂ ਹੁੰਦਾ, ਮਨ ਅਸ਼ਾਂਤ ਨਹੀਂ ਹੁੰਦਾ। ਇਸ ਕਰਕੇ ਫਿਰ ਆਪਾਂ ਕਹਿੰਦੇ ਹਾਂ ਉਹਨਾਂ ਨੂੰ ਵੀ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿੰਨਾ ਸਹਿਜ ਦਿਖਾਇਆ
ਤੇ ਆਪਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਦੇਖੋ ਵੀ ਇਹ ਤਾਂ ਇੱਕ ਹੈ ਮਨ ਦੀ ਅਵਸਥਾ, ਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਦੇਖੋ ਹੁਣ ਤੁਸੀਂ ਵੀ ਸਹੀ ਦੇ ਵਿੱਚ ਆਵੋ, ਵੀ ਆਪਾਂ ਨੂੰ ਤਾਂ ਹੁਣ ਕੋਈ ਏਦਾਂ ਵੀ ਨਹੀਂ ਵੀ ਆਪਣੇ ਸਰੀਰ ਨੂੰ ਕੋਈ ਕਸ਼ਟ ਦੇ ਰਿਹਾ ਜਾਂ ਕੁਝ, ਆਪਾਂ ਨੂੰ ਤਾਂ ਸਿਰਫ ਜੇ ਕੋਈ ਸ਼ਬਦ ਦੀ ਥੋੜੀ ਜਿਹੀ ਚੋਟ ਵੀ ਮਾਰਦਾ ਹੈ ਤੇ ਆਪਾਂ ਉਹ ਵੀ ਨਹੀਂ ਜੇ ਸਹਾਰਦੇ ਹੈ, ਫਿਰ ਇਹਦਾ ਮਤਲਬ ਸਾਡੇ ਅੰਦਰ ਤਾਂ ਸਹਿਜ ਹੈ ਹੀ ਨਹੀਂ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਸਹਿਜ ਦੇ ਵਿੱਚ ਸਾਡਾ ਮਨ ਕਿਵੇਂ ਆਵੇ, ਉਹਦੇ ਲਈ ਫਿਰ ਦੱਸਦੇ ਨੇ ਵੀ ਇੱਕ ਤਾਂ ਅਸੀਂ ਇਹ ਸਿਮਰਨ ਕਰੀਏ ਜੋ ਆਪਾਂ ਇਹ ਸਾਸ ਗ੍ਰਾਸ ਕਰ ਰਹੇ ਹਾਂ, ਨਾਲ ਨਾਲ ਅਸੀਂ ਗੁਰੂ ਦੀ ਮੱਤ ਦੁਆਰਾ ਚੱਲੀਏ ਤੇ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨੀਏ, ਫਿਰ ਸਾਡਾ ਜਿਹੜਾ ਮਨ ਹੈ ਉਹ ਸਹਿਜ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸ਼ਬਦੀ ਧਰੀਏ ਬੌਰ ਨਾ ਮਰੀਏ, ਚੁਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਨਾ। ਕਿ ਜੋ ਮਾਲਕ ਕਰ ਰਿਹਾ, ਜਦੋਂ ਆਪਾਂ ਉਹਨੂੰ ਸਤ ਸਤ ਕਰਕੇ ਮੰਨਾਂਗੇ, ਭਲਾ ਭਲਾ ਕਰਕੇ ਮੰਨਾਂਗੇ ਵੀ ਸਾਡਾ ਇਹਦੇ ਵਿੱਚ ਵੀ ਕੋਈ ਭਲਾ ਹੀ ਹੋਣਾ ਹੈ। ਦੇਖੋ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਆਪਾਂ ਨੂੰ ਕਿੰਨਾ ਪ੍ਰੇਮ ਦਾ ਮਾਰਗ ਤੇ ਸਹੀ ਦਿਖਾਈ। ਉਹਨਾਂ ਦੀ ਐਸੀ ਹਾਲਤ ਸਰੀਰ ਦੀ ਹੋ ਰਹੀ ਵੀ ਤਤੀ ਤਵੀ ਤੇ ਬੈਠੇ ਤੇ ਸਿਰ 'ਚ ਗਰਮ ਰੇਤ ਪੈ ਰਹੀ ਹੈ, ਤੇ ਫਿਰ ਵੀ ਉਹਨਾਂ ਨੇ ਆਖਿਆ ਵੀ ਇਹਦੇ ਵਿੱਚ ਵੀ ਤੇਰੀ ਰਜਾ ਭਲਾ ਹੈ, ਸਭ ਭਲਾ ਹੀ ਹੈ ਰੇ, ਵੀ ਸਾਰਾ ਕੁਝ ਭਲਾ ਹੀ ਹੈ। ਕਿੰਨੀ ਸਹਿਜ ਦੀ ਅਵਸਥਾ, ਕਿੰਨੀ ਉਹ ਉੱਚੀ ਅਵਸਥਾ ਹੋਏਗੀ। ਤੇ ਆਪਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਫਿਰ ਗੁਰਬਾਣੀ ਗੁਰੂ ਵਿੱਚ ਇਹੋ ਸਮਝਾਇਆ ਵੀ ਤੁਸੀਂ ਵੀ ਇਹ ਅਵਸਥਾ ਤੇ ਆ ਸਕਦੇ ਸਹਿਜ ਦੇ ਵਿੱਚ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਦੇ ਵਿੱਚ ਚਲੇ ਜਾਵਾਂਗੇ, ਉੱਥੇ ਸਾਨੂੰ ਸੰਸਾਰ ਦਾ ਜਾਂ ਦੁੱਖ ਜਾਂ ਸੁੱਖ ਇਹ ਵਿਆਪਦਾ ਨਹੀਂ। ਮਹਾਰਾਜ ਫਰਮਾਉਂਦੇ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬਈ ਜਿੱਥੇ ਆਤਮਾ ਦਾ ਪ੍ਰਕਾਸ਼ ਹੈ, ਜੋ ਆਪਣਾ ਘਰ ਹੈ, ਸਹਿਜ ਘਰ, ਜਦੋਂ ਅਸੀਂ ਉੱਥੇ ਚਲੇ ਜਾਵਾਂਗੇ, ਨਾ ਆਪਾਂ ਨੂੰ ਇਸ ਸੰਸਾਰ ਦਾ ਕੋਈ ਦੁੱਖ ਲੱਗੇ, ਨਾ ਕੋਈ ਸੁੱਖ ਲੱਗੇ। ਇਹਨਾਂ ਦੋਵਾਂ ਤੋਂ ਹੀ, ਸੁੱਖਾਂ ਦੁੱਖਾਂ ਤੋਂ ਆਪਾਂ ਉੱਪਰ ਉੱਠ ਜਾਂਦੇ ਹਾਂ। ਸਹਿਜ ਦੇ ਵਿੱਚ ਆਪਣਾ ਮਨ ਆ ਜਾਂਦਾ, ਜੋ ਸਾਡਾ ਅਸਲ ਘਰ ਹੈ। ਤੇ ਇੱਧਰ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਸਹਿਜ ਨਹੀਂ ਹੈ। ਜੋ ਆਪਾਂ ਨੂੰ ਰੋਜ਼ ਸਤਿਗੁਰੂ ਸਮਝਾਉਂਦੇ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿੰਸਾ ਨਾ ਜਾਏ। ਕਿ ਜਦੋਂ ਆਪਾਂ ਜਦ ਤੱਕ ਸਹਿਜ 'ਚ ਨਹੀਂ ਜਾਵਾਂਗੇ, ਸਾਡੇ ਸਹਿੰਸੇ ਫਿਕਰ ਚਿੰਤਾਵਾਂ ਇਹ ਖਤਮ ਨਹੀਂ ਹੋਣਗੀਆਂ। ਜਦੋਂ ਅਸੀਂ ਸਹਿਜ 'ਚ ਚਲੇ ਗਏ, ਫਿਰ ਇਹ ਸਹਿੰਸੇ ਫਿਕਰ ਚਿੰਤਾ ਕੋਈ ਰਹਿੰਦਾ ਨਹੀਂ ਹੈ ਆਪਾਂ ਨੂੰ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਹਿਜ ਵਿੱਚ ਆਓ, ਤੁਸੀਂ ਆਪਦੇ ਘਰ ਆਓ। ਹੁਣ ਸਹਿਜ ਆਪਣਾ ਘਰ ਹੈ ਤੇ ਘਰ 'ਚ ਜਾਣ ਦਾ ਆਪਾਂ ਨੂੰ ਪੂਰਾ ਹੱਕ ਹੈ ਆਪਣੇ ਘਰ ਦੇ ਵਿੱਚ। ਪਰ ਉਹ ਜਦੋਂ ਸਾਨੂੰ ਗਿਆਨ ਨਹੀਂ ਹੁੰਦਾ, ਸੋਝੀ ਨਹੀਂ ਹੁੰਦੀ, ਉਦੋਂ ਅਸੀਂ ਆਪਦੇ ਘਰ ਨਹੀਂ ਜਾਂਦੇ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਾਰਾ ਗਿਆਨ ਦਿੱਤਾ, ਸੋਝੀ ਦਿੱਤੀ, ਭੇਦ ਦਿੱਤਾ ਵੀ ਤੁਸੀਂ ਸਹਿਜ ਘਰ ਆਓ, ਫਿਰ ਘਰ ਆਓ। ਜਦੋਂ ਆਓਗੇ, ਤੁਹਾਡੇ ਜਿਹੜੇ ਕਾਰਜ ਉਹ ਸਾਰੇ ਮਾਲਕ ਆਪ ਸਵਾਰ ਦੇਗਾ। ਇਹ ਜਿਹੜੇ ਪੰਜ ਸਾਨੂੰ ਦੁਖੀ ਕਰਦੇ, ਇਹਨਾਂ ਨੂੰ ਵੀ ਮਾਰ ਦੇਗਾ, ਸਾਡੀ ਪੈਜ ਵੀ ਰੱਖ ਲੇਗਾ। ਮਹਾਰਾਜ ਫਰਮਾਉਂਦੇ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਸਾਡੀ ਉਹਨੇ ਪੈਜ ਵੀ ਲੱਖ ਲੈਣੀ, ਸਾਡੇ ਕਾਰਜ ਵੀ ਸਾਰੇ ਸਵਰ ਜਾਣੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ। ਸਤਿਗੁਰੂ ਇੱਕ ਸਿੱਖ ਦਾ ਇਹ ਸਾਰਾ ਕੁਝ ਹੀ ਸਵਾਰ ਦਿੰਦੇ, ਹਾਲਤ ਵੀ ਤੇ ਪਲਤ ਵੀ, ਇਹ ਲੋਕ ਵੀ ਤੇ ਪਰਲੋਕ ਵੀ। ਮਹਾਰਾਜ ਕਹਿੰਦੇ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ। ਜਦੋਂ ਆਪਾਂ
ਇਸ ਮਾਰਗ ਤੇ ਚੱਲਾਂਗੇ ਤੇ ਲੱਭਦੇ ਰਸਤੇ ਤੇ ਸਾਡਾ ਨਾਮ ਦੇ ਨਾਲ ਪ੍ਰੇਮ ਪੈ ਜਾਏਗਾ। ਫਿਰ ਸਾਡੇ ਅਚਿੰਤੀ ਕੰਮ ਨੇ ਜਿਹੜੇ ਉਹ ਸਹਿ ਸੁਭਾਈ ਹੁੰਦੇ ਰਹਿੰਦੇ, ਸਾਰੇ ਇਸ ਸੰਸਾਰ ਦੇ ਵੀ, ਇਹ ਲੋਕ ਦੇ ਵੀ ਤੇ ਪਰਲੋਕ ਦੇ ਵੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਿਰਤ ਕਾ ਸੇਵਕ ਕੀ ਤਹ ਤਹ ਧਾਵੇ, ਸੇਵਕ ਕੋ ਨੈਗਟੀ ਹੋਏ ਦਿਖਾਵੇ। ਮਾਲਕ ਆਪਣੇ ਸੇਵਕਾਂ ਨੂੰ, ਗੁਰਸਿੱਖਾਂ ਨੂੰ ਨੈਗਟੀ ਨੇੜੇ ਆਪਣਾ ਆਪਾ ਜੜਾਉਂਦਾ, ਆਪਣਾ ਆਪਾ ਦਿਖਾਉਂਦਾ ਵੀ ਮੈਂ ਤੋਂ ਕੋਈ ਦੂਰ ਨਹੀਂ ਹੈ, ਹਰ ਸਮੇਂ ਮੈਂ ਤੁਹਾਡੇ ਨਾਲ ਹਾਂ। ਤੇ ਇਸ ਵਾਸਤੇ ਫਿਰ ਗੁਰਮੁਖਾਂ ਨੂੰ ਕਿਸੇ ਕਿਸਮ ਦਾ ਕੋਈ ਸਹਿੰਸਾ, ਕੋਈ ਫਿਕਰ, ਕੋਈ ਚਿੰਤਾ ਨਹੀਂ ਰਹਿੰਦੀ ਵੀ ਤੂੰ ਸਾਡੇ ਹਰ ਸਮੇਂ ਨਾਲ, ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਇਸੇ ਵਾਸਤੇ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਦਾ ਅੰਗ ਸੰਗੀ ਅਪੰਗੰ ਬਹਿਬੂਤੇ, ਵੀ ਤੂੰ ਸਾਡਾ ਹੀ, ਸਾਡੇ ਅੰਗ ਸੰਗ ਹੈ, ਅੰਗ ਤੇ ਅੰਗਾਂ ਦੇ ਨਾਲ ਸੰਗ। ਇਸ ਕਰਕੇ ਫਿਰ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਆਖਿਆ ਵੀ ਇਹ ਸਾਡੇ ਹੱਥ ਵੀ ਦੂਰ, ਉਹ ਹੱਥਾਂ ਤੋਂ ਵੀ ਨੇੜੇ ਵੱਸਦਾ। ਕਹੋ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਮਾਲਕ ਸਾਡੇ ਹੱਥਾਂ ਤੋਂ ਵੀ ਨੇੜੇ ਹੈ ਤੇ ਉਹ ਫਿਰ ਆਪਾਂ ਨੂੰ ਨੇੜੇ ਹੋ ਕੇ ਦਿਖਾਉਂਦਾ, ਨੈਗਟੀ ਹੋ ਕੇ ਦਿਖਾਉਂਦਾ ਆਪਦੇ ਸੇਵਕਾਂ ਨੂੰ ਵੀ ਤੁਸੀਂ ਕਿਸੇ ਕਿਸਮ ਦਾ ਕੋਈ ਫਿਕਰ, ਕੋਈ ਚਿੰਤਾ ਨਹੀਂ ਕਰਨੀ, ਮੈਂ ਤੁਹਾਡੇ ਨਾਲ ਹਾਂ। ਤੇ ਇਸੇ ਕਰਕੇ ਗੁਰਮੁਖ ਫਿਰ ਡੋਲਦੇ ਨਹੀਂ। ਤਾਂਹੀਓ ਫਿਰ ਆਪਾਂ ਜਾਣਦੇ ਹਾਂ ਇਤਿਹਾਸ ਵੀ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ, ਸਿੱਧਾਂ ਨੇ, ਪੁਰਖਾਂ ਨੇ, ਹਰ ਗੁਰਸਿੱਖਾਂ ਨੇ, ਮਾਲਕ ਨੇ ਕਿਰਪਾ ਕੀਤੀ ਤੇ ਫਿਰ ਹੀ ਉਹ ਇਸ ਕਾਬਲ ਹੋਏ। ਮਹਾਰਾਜ ਫਰਮਾਉਂਦੇ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਵੀ ਜੇ ਮਾਲਕ ਨੇ ਕਿਰਪਾ ਕੀਤੀ ਹੈ ਤੇ ਫਿਰ ਹੀ ਉਹ ਇਸ ਕਾਬਲ ਹੋਏ, ਫਿਰ ਹੀ ਗੁਰਮੁਖ ਉਸ ਅਵਸਥਾ 'ਚ ਗਏ। ਤੇ ਇਸੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਮਾਲਕ ਤਾਂ ਅੱਜ ਵੀ ਕਿਰਪਾ ਕਰ ਰਿਹਾ ਸਾਡੇ ਸਾਰਿਆਂ ਤੇ, ਉਹ ਤਾਂ ਸਦਾ ਰਹਿਣ ਵਾਲਾ ਹੈ, ਪਹਿਲਾਂ ਵੀ ਸੀ, ਯੁੱਗਾਂ ਤੋਂ ਯੁੱਗਾਂ 'ਚ ਵੀ, ਭਗਤਾਂ ਵੇਲੇ, ਗੁਰੂ ਸਾਹਿਬਾਨਾਂ ਵੇਲੇ, ਤਾਂ ਹੁਣ ਵੀ ਹੈ ਤੇ ਉਹਨੇ ਸਦਾ ਹੀ ਰਹਿਣਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰਮੁਖ ਆਉਂਦੇ ਸੰਸਾਰ ਦੇ ਵਿੱਚ, ਗੁਰੂ ਸਾਹਿਬ ਆਏ, ਭਗਤ ਜਨ ਆਏ, ਗੁਰਸਿੱਖ ਆਉਂਦੇ, ਸੰਤ ਸਾਧੂ ਆਉਂਦੇ, ਮਾਲਕ ਭੇਜਦਾ ਆਪਦਾ ਸੰਦੇਸ਼ਾ ਦੇਣ ਵਾਸਤੇ ਵੀ ਜਿਹੜੇ ਮੇਰੇ ਬੱਚੇ ਮੈਨੂੰ ਭੁੱਲ ਗਏ ਨੇ, ਤੁਸੀਂ ਜਾ ਕੇ ਉਹਨਾਂ ਨੂੰ ਮੇਰਾ ਸੰਦੇਸ਼ਾ ਦੇਵੋ ਵੀ ਤੁਸੀਂ ਘਰ ਵਾਪਸ ਆਵੋ। ਸੋ ਇਸ ਵਾਸਤੇ ਫਿਰ ਇਹ ਸਭ ਤੋਂ ਵੱਡਾ ਪਰਉਪਕਾਰ ਜੋ ਆਪਣੇ ਤੇ ਆ ਕੇ ਇੱਥੇ ਗੁਰਮੁਖ ਜਨ ਪਰਉਪਕਾਰ ਕਰਦੇ, ਜਿਸ ਨੂੰ ਮਹਾਰਾਜ ਫਰਮਾਉਂਦੇ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਵਣ ਹਰਿ ਸਿਉ ਲੈਣ ਮਿਲਾਏ। ਉਹ ਸਾਨੂੰ ਜੀਵਾਂ ਨੂੰ ਭਗਤੀ ਦਾ ਦਾਨ ਦਿੰਦੇ, ਸਾਨੂੰ ਭਗਤੀ ਤੇ ਲਾਉਂਦੇ। ਸਾਨੂੰ ਪਹਿਲਾਂ ਤਾਂ ਭਗਤੀ ਦਾ ਹੀ ਨਹੀਂ ਪਤਾ ਹੁੰਦਾ ਵੀ ਭਗਤੀ ਕੀ ਹੈ ਤੇ ਕਰਨੀ ਕਿਸ ਨੇ। ਉਹ ਆਪਾਂ ਨੂੰ ਭਗਤੀ ਦਾ ਗਿਆਨ ਦਿੰਦੇ, ਭੇਦ ਦਿੰਦੇ ਤੇ ਆਪਾਂ ਨੂੰ ਭਗਤੀ ਤੇ ਲਾਉਂਦੇ, ਵਿਛੜਿਆਂ ਨੂੰ ਸਾਨੂੰ ਮਿਲਾਉਂਦੇ ਪਰਮਾਤਮਾ ਨੂੰ। ਇਸ ਵਾਸਤੇ ਫਿਰ ਆਪਾਂ ਨੂੰ ਹੁਣ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੱਜ ਵੀ ਸਾਨੂੰ ਭੁੱਲੇ ਹੋਏ ਜੀਵਾਂ ਨੂੰ ਇਹ ਸਾਰਾ ਭੇਦ ਦਿੰਦੇ, ਸਾਨੂੰ ਨਾਮ ਦੇ ਨਾਲ ਜੋੜਦੇ, ਪਰਮਾਤਮਾ ਦੇ ਨਾਲ ਜੋੜਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਸਾ ਗੁਰੂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ, ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸੋ ਵੱਡੇ ਭਾਗਾਂ ਦੇ ਨਾਲ ਆਪਾਂ ਨੂੰ ਇਹ ਮਾਨਸ ਜਾਮਾ ਮਿਲਦਾ ਹੈ। ਫਿਰ ਵੱਡੇ ਭਾਗਾਂ ਨਾਲ ਆਪਾਂ ਨੂੰ ਇਹ ਸਤ ਸੰਗਤ ਮਿਲਦੀ, ਗੁਰਮੁਖਾਂ ਦਾ ਸੰਗ ਹੁੰਦਾ ਹੈ। ਸੋ ਇਸ ਵਾਸਤੇ ਆਪਾਂ ਹੁਣ ਸਾਰਿਆਂ ਨੇ
ਇਹ ਆਪਦੇ ਜੀਵਨ ਦਾ ਲਾਹਾ ਖੱਟਣਾ, ਵੱਧ ਤੋਂ ਵੱਧ ਇਹ ਆਪਾਂ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਕਿ ਸਤਿਗੁਰੂ ਸਾਨੂੰ ਕੀ ਸਮਝਾਏ ਪਏ ਨੇ, ਕੀ ਸਾਨੂੰ ਉਪਦੇਸ਼ ਦੇ ਰਹੇ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ। ਸੋ ਸਮੇਂ ਦੀ ਸਮਾਪਤੀ ਹੈ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀ ਸੰਗਤ ਧੰਨਵਾਦੀ ਹਾਂ ਰਵਿੰਦਰ ਸਿੰਘ ਜੀ ਦੇ ਜਿਵੇਂ ਨੂੰ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਨਾਲ ਇਕੱਠ ਵਿਚਾਰ ਨਾਲ ਜੋੜਨਾ ਕੀਤਾ ਜੀ। ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੰਗਤ ਦੀ ਬੇਨਤੀ ਹੈ, 3 ਤੋਂ ਤਕਰੀਬਨ 4:30 4:30 ਵਜੇ ਤੱਕ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਜੀ ਆਨਲਾਈਨ ਹੀ, ਤੇ ਉਪਰੰਤ ਕੀਰਤਨ ਵੀ ਹੋਵਾਂਗੇ। 5 ਤੋਂ 6 ਸਿਮਰਨ ਨਹੀਂ ਰੱਖਿਆ ਗਿਆ। 6 ਵਜੇ ਤੱਕ ਕੀਰਤਨ ਹੋਵਾਂਗੇ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਮਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਤੇ ਅੱਜ ਨੂੰ ਉਪਰੰਤ ਕਥਾ ਵੀ ਹੋ ਜਾਏਗੀ 6 ਤੋਂ 7 ਅਕਾਲ ਕਥਾ ਭਾਈ ਬਚਿੱਤਰ ਸਿੰਘ ਜੀ ਕਰਾਂਗੇ। ਅੱਜ ਸਾਰਿਆਂ ਨੂੰ ਇਸੇ ਤਰ੍ਹਾਂ ਫਿਰ ਵਾਪਸ ਮੁੜ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹਿਗੁਰੂ, 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 ਵਾਹਿਗੁਰੂ।